ਜਿਹੜਾ ਸੰਕਲਪ ਹੈ ਹਿੰਦੁਸਤਾਨ ਦਾ ਉਹ ਇੱਕ ਮਜ਼ਬੂਤ ਕੇਂਦਰ ਤੇ ਬਹੁਤ ਵੀਕ ਸਰਕਾਰਾਂ ਦਾ। ਉਹਨਾਂ ਨੇ ਉਹਦਾ ਨਾਮ ਵੀ ਕੰਪੀਟੀਟਿਵ ਫੈਡਰਲਿਜ਼ਮ ਦੀ ਜਗ੍ਹਾ ਕੋਆਪਰੇਟਿਵ ਫੈਡਰਲਿਜ਼ਮ ਪਾਇਆ। ਹੁਣ ਇਹ ਹਿਸਾਬ ਹੈ, ਇੱਥੇ ਤਾਂ ਨੇਤਾ ਇੱਕੋ ਹੀ ਆ, ਮੰਤਰੀ ਜਿਹੜਾ ਦੇਸ਼ ਦਾ ਉਹ ਨਰਿੰਦਰ ਮੋਦੀ ਹੈ, ਬਾਕੀ ਸਭ ਤੇ ਸੰਤਰੀ ਨੇ। ਤੇ ਜਿਹੜੇ ਗੱਲ ਇਹ ਕਰਦੇ ਨੇ ਕਿ ਡਬਲ ਇੰਜਨ ਦੀ ਸਰਕਾਰ ਬਣਾਓ, ਉਹਦਾ ਮਤਲਬ ਹੁੰਦਾ ਜੇ ਨਹੀਂ ਬਣਾਓਗੇ ਤੇ ਤੁਹਾਡਾ ਇੰਜਨ ਵਕ ਚੱਲੇਗਾ, ਅਸੀਂ ਪੁੱਠੇ ਪਾਸੇ ਨੂੰ ਚੱਲਾਂਗੇ। ਫੈਡਰਲਿਜ਼ਮ ਦਾ ਪ੍ਰਿੰਸੀਪਲ ਸੀ, ਉਹ ਤੁਹਾਡੀ ਢਾਲ ਸੀ, ਉਹਨੇ ਤੁਹਾਡੀ ਸਟੇਟ ਗਵਰਨਮੈਂਟ ਤੋਂ ਬਚਾਉਣਾ ਸੀ ਸੈਂਟਰ ਦੀ ਧੱਕੇਸ਼ਾਹੀ ਤੋਂ। ਪਰ ਸਟੇਟਾਂ ਨੇ ਵੀ ਤਾਂ ਹੇਠਾਂ ਕਿਸੇ ਨੂੰ ਨਾ ਐਜੂਕੇਟ ਕੀਤਾ, ਨਾ ਰਾਈਟ ਦਿੱਤੇ ਨੇ, ਨਾ ਉਹ ਚਾਹੇ 74th ਅਮੈਂਡਮੈਂਟ ਲਾਓ, ਚਾਹੇ ਪੰਚਾਇਤੀ ਰਾਜ ਐਕਟ ਨਹੀਂ ਲਾਗੂ ਕੀਤਾ। ਇਹ ਕੋਈ ਸਟੇਟ ਪਾਰਟੀਆਂ ਕੋਈ ਵੱਖਰੀਆਂ ਥੋੜੀ ਨੇ। ਇੰਡੀਆ ਜਿਹੜਾ ਇਹ ਨਵਾਂ ਬਣਾਇਆ ਇੰਡੀਆ ਅਲਾਈਅੰਸ, ਇਹਨਾਂ ਨੇ ਸੈਂਟਰ 'ਚ ਰਾਜ ਕਰਨਾ ਨਾ। ਇਹ ਕਹਿੰਦੇ ਨੇ ਸੈਂਟਰ ਨਾਲ ਲੜਾਈ ਲੜਾਂਗੇ ਅਸੀਂ ਇਸ ਵਾਰੀ ਫੈਡਰਲਿਜ਼ਮ ਦੀ। ਇਹ ਨਹੀਂ ਕਹਿੰਦੇ ਕਿ ਅਸੀਂ ਆਪ ਫੈਡਰਲ ਹੋ ਕੇ ਦਿਖਾਵਾਂਗੇ। ਅਰਬਨ ਐਡਮਿਨਿਸਟ੍ਰੇਸ਼ਨ ਦਾ ਹਾਲ ਦੇਖ ਲਓ, ਅੱਜ ਸਾਰੇ ਡੁੱਬੇ ਪਏ ਨੇ। ਤੇ ਕੌਣ ਫੈਸਲੇ ਕਰਦਾ ਹੈ? ਇੱਕ ਚੰਡੀਗੜ੍ਹ 'ਚ ਬੈਠ ਕੇ ਬਾਬੂ ਫੈਸਲੇ ਕਰਦਾ ਹੈ ਵੀ ਉਧਰ ਕਿਸ਼ਤੀਆਂ ਭੇਜੀਏ ਕਿ ਨਾ, ਇਧਰ ਦੇਈਏ ਕੋਈ ਸਮਾਨ ਕਿ ਨਾ। ਬਾਬਾ ਸੀਚੇਵਾਲ ਉਤੋਂ ਚਿੱਠੀਆਂ ਲਿਖ ਰਹੇ ਨੇ ਕਿ ਮੈਨੂੰ 2000 ਲੀਟਰ ਡੀਜ਼ਲ ਦੇ ਦਿੱਤਾ ਜਾਵੇ। ਉਹ ਕਿਉਂ ਲਿਖਣੀਆਂ ਪੈਂਦੀਆਂ? ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਪ੍ਰੋਗਰਾਮ ਡਾਇਲੌਗ ਵਿਦ ਹਮੀਰ ਸਿੰਘ 'ਚ ਤੁਹਾਡਾ ਸਵਾਗਤ ਹੈ। ਮੁੱਦੇ ਬਹੁਤ ਨੇ, ਦੇਸ਼ ਦੀ ਪਾਰਲੀਮੈਂਟ ਚੱਲ ਰਹੀ ਹੈ, ਰੋਜ਼ ਮਨੀਪੁਰ ਦੇ ਵਾਕਆਊਟ ਹੋ ਰਹੇ ਨੇ ਤੇ ਹਾਊਸ ਜਿਹੜੇ ਨੇ ਅਡਜੌਰਨ ਹੋ ਰਹੇ ਨੇ ਲਗਾਤਾਰ, ਕੋਈ ਕਾਰਵਾਈ, ਕੋਈ ਗੱਲਬਾਤ ਨਹੀਂ ਹੋ ਰਹੀ। ਇਹਦੇ ਦੌਰਾਨ ਹੀ ਕਈ ਹੋਰ ਬਿੱਲ ਜਾਂ ਆਰਡੀਨੈਂਸ, 30 ਤੋਂ ਵੱਧ ਆਰਡੀਨੈਂਸ ਜਾਂ ਬਿੱਲ ਆਉਣੇ ਸੀਗੇ, ਜਿਹੜੇ ਅਜੇ ਅਗਲੇ ਦਿਨਾਂ ਦੇ ਵਿੱਚ ਇਹ ਹੈ ਕਿ ਸ਼ਾਇਦ ਪਾਸ ਹੋਣਗੇ ਜਾਂ ਨਹੀਂ ਹੋਣਗੇ, ਇਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਵੈਸੇ ਮੈਜੋਰਟੀ ਦੇ ਜੋ ਸਰਕਾਰਾਂ ਥੋੜਾ ਬਹੁਤ ਸਮਾਂ ਮਿਲੇ, ਚਾਹੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਚਾਹੁੰਦੀਆਂ ਨੇ ਪਾਸ ਕਰਵਾਉਂਦੀਆਂ ਨੇ, ਜਿਹੜਾ ਪਿਛਲੀ ਹਿਸਟਰੀ ਚੱਲ ਰਹੀ ਹੈ ਕਰਦੀਆਂ ਆ ਰਹੀਆਂ ਨੇ। ਇਹਨਾਂ ਦੇ ਵਿੱਚ ਬਹੁਤ ਮਹੱਤਵਪੂਰਨ ਇੱਕ ਬਿੱਲ ਹੈ ਜਿਹੜਾ ਪੂਰੇ ਕੰਟਰੀ ਨੂੰ ਪ੍ਰਭਾਵਿਤ ਕਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੰਟਰੀ ਦੀ ਜਮਹੂਰੀਅਤ ਨੂੰ, ਕੰਟਰੀ ਦੇ ਕੇਂਦਰ ਰਾਜ ਸੰਬੰਧਾਂ ਨੂੰ, ਪੂਰੀ ਤਰ੍ਹਾਂ ਦੇ ਹੋਰ ਜਿਹੜਾ ਕੰਮਕਾਜ ਚੱਲਣਾ ਗਵਰਨੈਂਸ ਦਾ, ਉਹਨੂੰ ਸਭ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਬਿੱਲ ਹੈ ਇੱਕ। ਉਹ ਬਿੱਲ ਦਿੱਲੀ ਦੀ ਸਰਕਾਰ ਦੇ ਜਿਹੜੇ ਅਧਿਕਾਰਾਂ ਦੇ ਬਾਰੇ, ਜਾਂ ਉਹ ਅਧਿਕਾਰ ਕੇਂਦਰ ਦੀ ਗ੍ਰਹਿ ਮੰਤਰਾਲੇ ਕੋਲ ਹੋਣਗੇ, ਕੇਂਦਰ ਸਰਕਾਰ ਕੋਲ ਹੋਣਗੇ, ਦਿੱਲੀ ਦੀਆਂ ਸੇਵਾਵਾਂ ਦੇ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਮਈ ਦੇ ਵਿੱਚ, 11 ਮਈ ਨੂੰ। ਉਹ ਜੱਜਮੈਂਟ ਇਹ ਸੀਗੀ ਕਿ ਦਿੱਲੀ ਦੇ ਚੁਣੀ ਹੋਈ ਸਰਕਾਰ ਨੂੰ ਇਹ ਹੱਕ ਹੈ, ਲੈਫਟੀਨੈਂਟ ਗਵਰਨਰ ਨਹੀਂ ਹੈ ਸਰਕਾਰ, ਬੇਸਿਕਲੀ ਸਰਕਾਰ ਚੁਣੀ ਹੋਈ ਸਰਕਾਰ ਹੈ ਤੇ ਉਹਨੂੰ ਇਹ ਹੱਕ ਨੇ। ਤਾਂ ਉਹ ਬੜੇ ਤੇਜ਼ ਰਫ਼ਤਾਰ ਦੇ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਚੀਫ ਮਿਨਿਸਟਰ ਸੀ, ਉਹਨਾਂ ਨੇ ਕਈ ਅਫਸਰਾਂ ਦੀਆਂ ਬਦਲੀਆਂ ਕਰਤੀਆਂ ਕਿ ਅਧਿਕਾਰ ਆ ਗਿਆ ਆਪਣੇ ਕੋਲੇ। ਤਾਂ ਕੇਂਦਰ ਸਰਕਾਰ ਨੇ ਮੁੜ ਕੇ ਕੀ ਕੀਤਾ, ਇੱਕ ਆਰਡੀਨੈਂਸ ਜਾਰੀ ਕਰਤਾ। ਬਹੁਤ ਸਾਰੇ ਆਰਡੀਨੈਂਸ, ਅੱਜ ਕੱਲ੍ਹ ਆਰਡੀਨੈਂਸ ਦਾ ਰਿਵਾਜ ਜ਼ਿਆਦਾ ਹੀ ਹੈ, ਮਤਲਬ ਚਾਹੇ ਬਹੁਤ ਥੋੜੇ ਦਿਨ ਰਹਿ ਗਏ ਹੁਣ ਸੈਸ਼ਨ ਚੱਲਦੇ ਦੌਰਾਨ, ਤਾਂ ਵੀ ਹੁਣ ਆਰਡੀਨੈਂਸ ਨੇ ਫਿਰ ਦੁਬਾਰਾ ਉਹੀ ਸਟੇਟਸ ਕੋ ਜਾਰੀ ਕਰਤਾ ਕਿ ਉਹ ਕੇਂਦਰ ਦੇ ਕੋਲੇ ਜਾਂ ਲੈਫਟੀਨੈਂਟ ਗਵਰਨਰ ਕੋਲੇ ਅਧਿਕਾਰ ਹੈਗੇ ਨੇ। ਆਰਡੀਨੈਂਸ ਦੇਸ਼ ਦੇ ਵਿੱਚ ਇੱਕ ਸੰਵਿਧਾਨਕ ਪ੍ਰਕਿਰਿਆ ਹੈ ਕਿ ਆਰਡੀਨੈਂਸ ਜਦੋਂ ਅਗਲਾ ਸੈਸ਼ਨ ਸਟਾਰਟ ਹੋ ਜਾਏ, ਚਾਹੇ ਵਿਧਾਨ ਸਭਾ ਦਾ, ਚਾਹੇ ਰਾਜ ਸਰਕਾਰ ਕਰੇ, ਜੇ ਕੇਂਦਰ ਸਰਕਾਰ ਕਰੇ ਤਾਂ ਉਹ ਪਾਰਲੀਮੈਂਟ ਦਾ, ਜਾਂ ਵੱਧ ਤੋਂ ਵੱਧ 6 ਮਹੀਨੇ, ਜਾਂ ਉਹ ਸੈਸ਼ਨ ਦੇ ਦੌਰਾਨ, ਜਾਂ ਉਹਨੇ ਪਾਸ ਕਰਕੇ ਕਾਨੂੰਨ ਦਾ ਰੂਪ ਲੈਣਾ ਹੁੰਦਾ, ਜਾਂ ਫਿਰ ਉਹ ਆਪਣੇ ਆਪ ਲੈਪਸ ਹੋ ਜਾਂਦਾ, ਖਤਮ ਹੋ ਜਾਂਦਾ ਤੇ ਉਹ ਕੰਮ ਨਹੀਂ ਕਰਦਾ। ਇਸ ਲਈ ਹੁਣ ਇਹ ਕ੍ਰਿਟੀਕਲ ਮਾਮਲੇ ਦੇ ਵਿੱਚ ਖੜੀ ਹੈ ਚੀਜ਼ ਕਿ ਦਿੱਲੀ ਦੇ ਅਧਿਕਾਰਾਂ ਦਾ ਜਿਹੜਾ ਸਵਾਲ ਹੈ ਲੈਫਟੀਨੈਂਟ ਗਵਰਨਰ ਤੇ, ਇਹਦੇ 'ਚ ਉਹ ਕਾਨੂੰਨ ਬਣੇਗਾ। ਜੇ ਬਣੇਗਾ ਤਾਂ ਫਿਰ ਦੂਜਾ ਇੱਕ ਟ੍ਰੈਂਡ ਨਾਲ ਚੱਲ ਰਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਸਰਕਾਰ ਗਈ ਹੋਈ ਹੈ। ਸੁਪਰੀਮ ਕੋਰਟ ਨੇ ਉਹ ਜਿਹੜਾ ਮੁੱਦਾ ਹੈ ਸਾਰੇ ਦਾ ਸਾਰਾ, ਉਹ ਸੰਵਿਧਾਨਕ ਬੈਂਚ ਨੂੰ, 5 ਜੱਜਾਂ ਦੇ ਬੈਂਚ ਨੂੰ ਰੈਫਰ ਕਰ ਦਿੱਤਾ ਗਿਆ। ਸਟੇ ਨਹੀਂ ਕੀਤੀ ਇਹਦੇ ਤੇ, ਰੈਫਰ ਕਰ ਦਿੱਤਾ ਗਿਆ। ਤੇ ਉਹ ਰੈਫਰ ਵੀ ਕਾਫੀ ਮੇਰੇ ਖਿਆਲ ਹੈ ਜੇ ਡਿਲੇ ਦੇਰੀ ਨਾਲ ਸੁਣਿਆ ਜਾਣਾ, ਕਿਉਂਕਿ ਉਦੋਂ ਪਹਿਲਾਂ 370 ਧਾਰਾ ਦੇ ਨੂੰ ਲੈ ਕੇ ਜੰਮੂ ਕਸ਼ਮੀਰ ਦਾ ਜਿਹੜਾ ਮੁੱਦਾ ਹੈ ਉਹ ਵੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਕੋਲ ਸੁਣਵਾਈ ਦੇ ਅਧੀਨ ਹੈ। ਲਗਭਗ ਇੱਕੋ ਨੇਚਰ ਦੇ ਨੇ, ਨੇੜੇ ਤੇੜੇ ਨੇ ਇਹ ਸਾਰੇ ਮਾਮਲੇ। ਉਸ ਮਾਮਲੇ 'ਚ, ਇਹ ਸਾਰੇ ਮਾਮਲੇ 'ਚ ਇਹਨੂੰ ਸਮਝਣ ਦੇ ਵਾਸਤੇ, ਇਹਦਾ ਦੇਸ਼ ਦੇ ਸਟਰਕਚਰ ਤੇ, ਢਾਂਚੇ ਤੇ, ਜਮਹੂਰੀਅਤ ਤੇ, ਪੋਲੀਟਿਕਸ ਤੇ, ਸਾਡੀ ਤੇ ਕੀ ਅਸਰ ਪੈਣਾ ਤੇ ਗਵਰਨੈਂਸ ਤੇ, ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰਦਾਰ SP ਸਿੰਘ, ਜਿਹੜੇ ਜਰਨਲਿਸਟ ਵੀ ਨੇ, ਰੋਜ਼ ਐਂਕਰਿੰਗ ਵੀ ਤੁਸੀਂ ਦੇਖਦੇ ਹੋ ਤੇ ਟਿੱਪਣੀਕਾਰ ਵੀ ਨੇ, ਲਿਖਦੇ ਵੀ ਨੇ। ਤੇ ਇਸ ਤੇ ਸਭ ਤੋਂ ਪਹਿਲਾ ਮੇਰਾ ਸਵਾਲ ਇਹੀ ਹੈ ਕਿ ਹੁਣ ਇੱਕ ਤਾਂ ਲੋਕ ਇਹ ਜਾਣਨਾ ਚਾਹੁੰਦੇ ਨੇ, ਮੰਨ ਲਓ
ਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਬਿੱਲ ਬਣ ਜਾਊਗਾ, ਕਾਨੂੰਨ ਸਟੇ ਤਾਂ ਹੋਇਆ ਨਹੀਂ, ਕੀ ਪਾਰਲੀਮੈਂਟ ਕਾਨੂੰਨ ਉਸ ਹਾਲਤ ਵਿੱਚ ਵੀ ਬਣਾ ਸਕਦੀ ਹੈ ਜਦੋਂ ਇਹ ਮਤਲਬ ਸੁਪਰੀਮ ਕੋਰਟ ਦੇ ਵਿੱਚ ਵੀ ਪੈਂਡਿੰਗ ਹੈ? ਇੱਕ ਮੁੱਦਾ ਤਾਂ ਇਹ ਇਹਦੇ ਨਾਲ ਜੁੜਿਆ ਹੋਇਆ ਹੈ। ਦੂਸਰਾ ਮੁੱਦਾ ਇਹ ਇਹਦੇ ਨਾਲ ਜੁੜਿਆ ਹੋਇਆ ਹੈ ਕਿ ਸੁਪਰੀਮ ਕੋਰਟ ਨੇ ਕਿਹੜੇ ਇਹੋ ਜਿਹੇ ਵੱਡੇ ਮਾਮਲੇ 'ਚ ਇਹਨੂੰ ਸੰਵਿਧਾਨਕ ਬੈਂਚ ਕੋਲ ਤੋਰਤਾ, ਇਹਦੀ ਇੰਨੀ ਵੱਡੀ ਮਹੱਤਤਾ ਕਿੰਨੀ ਕੁ ਹੈ? ਕਿਉਂਕਿ ਨਹੀਂ ਤਾਂ ਉਹਦੇ 'ਚ ਹੀ ਸੀਗਾ ਕਿ ਪਹਿਲਾਂ ਸੁਪਰੀਮ ਕੋਰਟ ਦੀ ਜੱਜਮੈਂਟ ਆਲਰੇਡੀ ਸੀ ਤੇ ਉਹੀ ਇੰਪਲੀਮੈਂਟ ਜਦੋਂ ਨਹੀਂ ਕੀਤੀ, ਤਾਂ ਇਹ ਦੋ ਗੱਲਾਂ ਤੇ ਕੀ ਬੇਸਿਕ ਇਸ਼ੂ ਹੈ ਜਿਹੜਾ ਸਮਝਦਾਰੀ ਦੀ ਦੇਖੋ, ਗੱਲ? ਲੀਗਲੀ ਪਾਰਲੀਮੈਂਟ ਸੋਵਰਨ ਹੈ ਕਾਨੂੰਨ ਸਾਜ਼ੀ ਕਰਨ ਲਈ, ਤੇ ਕਦੀ ਵੀ ਕਿਸੇ ਵੀ ਮੁੱਦੇ ਦੇ ਉੱਤੇ ਕਾਨੂੰਨ ਬਣਾ ਸਕਦੀ ਹੈ। ਪਾਰਲੀਮੈਂਟ ਕੋਲ ਇਹ ਪਾਵਰ ਹੈ। ਲੋਕਾਂ ਨੂੰ ਇਹ ਗੱਲ ਕਿੰਨੀ ਵੀ ਹਾਸੋ ਹੀ ਨਹੀਂ ਲੱਗੇ, ਪਰ ਸਾਨੂੰ ਕਾਨੂੰਨ ਬਾਰੇ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਪਾਰਲੀਮੈਂਟ ਇਹ ਕਾਨੂੰਨ ਬਣਾ ਸਕਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਕੱਲ ਤੋਂ ਪੀਲੀ ਸ਼ਰਟ ਪਾਏਗਾ ਉਸ ਨੂੰ 1 ਸਾਲ ਦੀ ਜੇਲ੍ਹ ਦਿੱਤੀ ਜਾਵੇਗੀ। ਇਹ ਵੱਖਰੀ ਗੱਲ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਨਸਟੀਟਿਊਸ਼ਨ ਦੇ ਅਲਟਰਾ ਵਾਇਰਸ ਦੀ ਕੋਈ ਐਪਲੀਕੇਸ਼ਨ ਲੈ ਕੇ ਜਾਏਗਾ ਕਿ ਜੀ ਇਹ ਸੰਵਿਧਾਨ ਦੇ ਮੌਲਿਕ ਹੱਕਾਂ ਦੇ ਖਿਲਾਫ ਹੈ, ਇਸ ਤਰ੍ਹਾਂ ਹੈ, ਪਰ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਜਿਹੜਾ ਦਿੱਲੀ ਦਾ ਮਸਲਾ ਹੈ ਉਹ ਥੋੜਾ ਜਿਹਾ ਪੈਕੂਲੀਅਰ ਹੈ। ਸਾਡੇ ਕੰਟਰੀ ਦੇ ਵਿੱਚ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ, ਜਿਹੜੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਹ 3 ਤਰੀਕਿਆਂ ਨਾਲ ਬਣੇ ਨੇ। ਇੱਕ ਹੈਗੇ ਨੇ ਕਿ ਉਹ ਬਿਨਾਂ ਲੈਜਿਸਲੇਚਰ ਤੋਂ ਯੂਨੀਅਨ ਟੈਰੀਟਰੀ ਹੋਏਗੀ, ਜਿਹਦੀ ਕੋਈ ਲੈਜਿਸਲੇਚਰ ਨਹੀਂ ਹੋਵੇਗੀ। ਦੂਸਰਾ ਹੈਗਾ ਚੰਡੀਗੜ੍ਹ ਦੀ ਤਰ੍ਹਾਂ, ਹਾਂ, ਚੰਡੀਗੜ੍ਹ ਦੀ ਤਰ੍ਹਾਂ। ਦੂਸਰਾ ਹੈਗਾ ਉਹਦੀ ਇੱਕ ਆਪਣੀ ਵਿਧਾਨ ਸਭਾ ਹੋਵੇਗੀ ਤੇ ਉਹ ਪਾਰਲੀਮੈਂਟ ਦੇ ਐਕਟ ਅਨੁਸਾਰ ਹੋਵੇਗੀ। ਤੀਸਰਾ ਹੈਗਾ ਕਿ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਤਰ੍ਹਾਂ ਹੋਣਗੇ ਕਿ ਉਹ ਸੰਵਿਧਾਨ ਦੇ ਵਿੱਚ ਉਹਦੀ ਤਰਮੀਮ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾਵੇਗਾ। ਦਿੱਲੀ ਇਸ ਮਾਮਲੇ ਦੇ ਵਿੱਚ ਪੈਕੂਲੀਅਰ ਹੈ ਕਿ ਸੰਵਿਧਾਨ ਦੇ ਵਿੱਚ ਤਰਮੀਮ ਕਰਕੇ ਦਿੱਲੀ ਪ੍ਰਦੇਸ਼ ਦੀ ਇਹ ਸਰਕਾਰ ਬਣਾਈ ਗਈ ਸੀ, ਜਿਹਨੂੰ ਅਸੀਂ ਨੈਸ਼ਨਲ ਟੈਰੀਟੋਰੀਅਲ ਕੈਪੀਟਲ ਰੀਜਨ ਕਹਿੰਦੇ ਆ ਦੇਸ਼ ਦਾ। ਹੁਣ ਮੁਸ਼ਕਿਲ ਇਹ ਹੈ ਕਿ ਸਟੇਟਾਂ ਦੇ ਕੋਲ ਸਟੇਟ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਨੇ ਉਹਦੇ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੁੰਦਾ ਹੈ, ਤੇ ਜਿਹੜੇ ਕਨਕਰੈਂਟ ਲਿਸਟ ਦੇ ਵਿੱਚ ਨੇ ਉਹਦੇ ਬਾਰੇ ਵੀ ਉਹ ਕਾਨੂੰਨ ਬਣਾ ਸਕਦੀ ਹੈ। ਜੇ ਸੈਂਟਰ ਕੋਈ ਕਾਨੂੰਨ ਬਣਾਵੇ ਤਾਂ ਉਹਦੇ ਉੱਪਰ ਉਹ ਲਾਗੂ ਹੋ ਜਾਂਦਾ। ਦਿੱਲੀ ਦੇ ਲਈ ਉਹਨਾਂ ਨੇ ਸੰਵਿਧਾਨ ਦੇ ਵਿੱਚ ਸੋਧ ਕਰਨ ਲੱਗਿਆਂ ਬਕਾਇਦਾ ਇੱਕ ਪ੍ਰੋਵੀਜ਼ਨ ਰੱਖੀ ਕਿ ਸਟੇਟ ਲਿਸਟ ਦੇ ਵਿੱਚ ਵੀ ਇਹ ਜਿਹੜੇ ਸਬਜੈਕਟਸ ਨੇ, ਲੈਂਡ ਦਾ ਮਸਲਾ ਉਹਦੇ ਵਿੱਚ, ਫਿਰ ਪਬਲਿਕ ਆਰਡਰ ਦਾ ਮਸਲਾ ਜਿਹਦੇ 'ਚ ਪੁਲਿਸ ਆ ਜਾਂਦੀ ਹੈ, ਸੋ ਪਬਲਿਕ ਆਰਡਰ, ਪੁਲਿਸ ਤੇ ਜ਼ਮੀਨ ਦਾ ਮਸਲਾ, ਇਹ ਪਿਓਰਲੀ ਸਟੇਟ ਲਿਸਟ ਦੇ ਸਬਜੈਕਟ ਸੀ ਜਿਹੜੇ ਉਹਨਾਂ ਨੇ ਕਿਹਾ ਇਹਦੇ ਤੇ ਅਧਿਕਾਰ ਸੈਂਟਰ ਦਾ ਹੋਵੇਗਾ। ਇਹਨੂੰ ਐਕਸੈਪਸ਼ਨ ਕਰ ਦਿੱਤਾ। ਹੁਣ ਇਸੇ ਗੱਲ ਕਰਕੇ ਸਾਰੀ ਪਾਵਰ ਲੈਫਟੀਨੈਂਟ ਗਵਰਨਰ ਨੂੰ ਬਾਰ-ਬਾਰ ਮੰਨੀ ਜਾ ਰਹੀ ਸੀ। ਇਹ ਫੈਸਲਾ ਤਾਂ ਹੁਣ ਆਇਆ ਜਿਹੜਾ ਸੁਪਰੀਮ ਕੋਰਟ ਨੇ, ਜਿਹਦੇ ਚ ਦਿੱਲੀ ਸਰਕਾਰ ਨੂੰ ਕਿਹਾ ਕਿ ਉਹਨਾਂ ਦਾ ਅਧਿਕਾਰ ਰਹੇਗਾ ਸਰਵਿਸਿਜ਼ ਦੇ ਉੱਤੇ, ਜਿਹਦਾ ਮਤਲਬ ਹੈ ਬਿਊਰੋਕਰੈਟਸ ਪਰ ਉਹਨਾਂ ਦਾ ਕਹਿਣਾ ਕਿ ਤਿੰਨ ਡਿਪਾਰਟਮੈਂਟਾਂ ਤੋਂ ਇਲਾਵਾ ਵੀ ਜਿਹੜੇ ਅਧਿਕਾਰ ਨੇ ਅਫਸਰਾਂ ਦੇ, ਜੀ, ਉਹ ਵੀ ਟ੍ਰਾਂਸਫਰ ਕਰਨ ਤੇ ਉਹਦੀ ਨਿਯੁਕਤੀ ਕਰਨ ਦਾ ਵੀ ਸਾਨੂੰ ਤਾਂ ਅਧਿਕਾਰ। ਬਿਲਕੁਲ। ਸੋ ਜਿਹੜਾ ਐਕਚੁਅਲੀ ਜ਼ਿਆਦਾ ਇੰਪੋਰਟੈਂਟ ਫੈਸਲਾ ਹੈ ਉਹ 2018 ਵਾਲਾ 5 ਮੈਂਬਰਾਂ ਦੇ ਕਨਸਟੀਟਿਊਸ਼ਨਲ ਬੈਂਚ ਦਾ ਫੈਸਲਾ ਹੈ, ਜਿਸ ਵੇਲੇ ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਸਨ। ਉਸ ਵੇਲੇ ਉਹਨਾਂ ਨੇ ਇਹਦੀ ਬਿਲਕੁਲ ਸਾਫ਼ ਜਿਹੜੀ ਤਫਸੀਲ ਪੇਸ਼ ਕਰ ਦਿੱਤੀ ਸੀ। ਅੱਜ ਤੱਕ ਦਿੱਲੀ ਦੀ ਸਰਕਾਰ ਉਸ 2018 ਦੇ ਫੈਸਲੇ ਨਾਲ ਹੀ ਰਨ ਕਰ ਰਹੀ ਸੀ। ਜਿਸ ਵੇਲੇ ਸੁਪਰੀਮ ਕੋਰਟ ਦਾ ਇਹ ਹਾਲੀਆ ਫੈਸਲਾ ਜਿਹੜਾ ਮਈ ਦੇ ਵਿੱਚ ਆਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ, ਜਿਹੜਾ ਸਰਵਿਸਿਜ਼ ਵਾਲਾ ਜਿਹੜਾ ਪਾਰਟ ਹੈ ਉਹ ਬਕਾਇਦਾ ਇਲੈਕਟਿਡ ਗਵਰਨਮੈਂਟ ਨੂੰ, ਜਿਹੜੀ ਪਪੂਲਰ ਗਵਰਨਮੈਂਟ ਹੈ ਉਸ ਨੂੰ ਹੋਏਗਾ। ਇਹ ਬੇਸਿਕਲੀ ਉਹਨਾਂ ਨੇ ਇਲੈਕਟਿਡ ਗਵਰਨਮੈਂਟ, ਲੋਕਾਂ ਦੀ ਰਿਪਰੈਜ਼ੈਂਟੇਸ਼ਨ ਤੇ ਅਕਾਊਂਟੇਬਿਲਿਟੀ ਨੂੰ ਆਪਸ ਵਿੱਚ ਲਿੰਕ ਕਰ ਦਿੱਤਾ। ਪਰ ਇਸ ਫੈਸਲੇ ਦੇ ਵਿੱਚ ਵੀ ਇੰਨੀ ਕੁ ਐਕਸੈਪਸ਼ਨ ਸੁਪਰੀਮ ਕੋਰਟ ਨੇ ਰੱਖੀ ਹੋਈ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿਉਂਕਿ ਕੋਈ ਸਪੈਸੀਫਿਕ ਕਾਨੂੰਨ ਇਹਦੇ ਬਾਰੇ ਐਗਜ਼ਿਸਟ ਨਹੀਂ ਕਰਦਾ, ਇਸ ਕਰਕੇ ਉਹਨਾਂ ਨੇ ਇਹ ਫੈਸਲਾ ਦੇ ਦਿੱਤਾ। ਹੁਣ ਜਦੋਂ ਉਹਨਾਂ ਨੇ ਲਿਖ ਦਿੱਤਾ ਆਪਣੀ ਜਜਮੈਂਟ ਕਿ ਕਿਉਂਕਿ ਕਾਨੂੰਨ ਐਗਜ਼ਿਸਟ ਨਹੀਂ ਕਰਦਾ, ਉਸੇ ਪੈਰਾਗ੍ਰਾਫ ਨੂੰ ਆਧਾਰ ਬਣਾ ਕੇ, ਜੇ ਤੁਸੀਂ ਆਰਡੀਨੈਂਸ ਦੀ ਭਾਸ਼ਾ ਪੜ੍ਹੋ, ਉਹਨਾਂ ਨੇ ਉਸੇ ਨੂੰ ਆਧਾਰ ਬਣਾ ਕੇ ਉਹ ਸਪੈਸੀਫਿਕ ਕਾਨੂੰਨ ਬਣਾ ਦਿੱਤਾ। ਹੁਣ ਸਵਾਲ ਹੈ ਕੀ ਕਾਨੂੰਨ ਕਾਨੂੰਨੀ ਤੌਰ ਤੇ ਠੀਕ ਹੈ ਆਰਡੀਨੈਂਸ, ਜਿਹਦਾ ਮਤਲਬ ਹੈ ਜਿਹੜਾ ਬਿੱਲ ਆਵੇਗਾ, ਜਿਹੜਾ ਅੱਜ ਰਾਜ ਸਭਾ ਦੇ ਵਿੱਚ ਨਹੀਂ ਪੇਸ਼ ਹੋ ਸਕਿਆ, ਰਾਜ ਸਭਾ ਵੈਸੇ ਸਥਗਿਤ ਹੈ। ਰਾਘਵ ਚੱਡਾ ਹਰਾ ਨੇ ਲਿਖਿਆ ਰਾਜ ਸਭਾ ਦੇ ਚੇਅਰਪਰਸਨ ਨੂੰ, ਜਗਦੀਪ ਧਨਕਰ ਜੀ ਨੂੰ, ਪੇਸ਼ ਕਰਨ ਦੀ ਇਜਾਜ਼ਤ ਨਾ ਦਿਓ। ਹਾਂ, ਜਿਹੜੇ ਵੈਸੇ ਹੀ ਮਸ਼ਹੂਰ ਨੇ ਰਾਜ ਸਭਾ ਦੇ ਚੇਅਰਪਰਸਨ ਦਾ, ਦੇਸ਼ ਵਿੱਚ ਫੈਡਰਲਿਜ਼ਮ ਦੇ ਵੱਡੇ ਨੁਮਾਇੰਦੇ ਦੇ ਤੌਰ ਤੇ ਵੈਸੇ ਹੀ ਬੜੇ ਮਸ਼ਹੂਰ ਨੇ। ਅੱਜ ਜੋ ਸੰਜੇ ਸਿੰਘ ਨਾਲ ਕੀਤਾ ਉਹਨਾਂ ਨੇ, ਉਹਦੇ ਤੋਂ ਉਹਨਾਂ ਨੇ ਉਹ ਮਸ਼ਹੂਰੀ ਉਹ ਕੱਟ ਲਈ ਹੈ। ਸੋ ਜਿਹੜਾ ਉਹਨਾਂ ਨੇ ਲਿਖਿਆ ਇਹ ਤਾਂ ਉਹਨਾਂ ਨੇ ਕਿਹਾ ਵੀ ਇਸ ਨੂੰ ਪੇਸ਼ ਨਾ ਕਰਨ ਦਿੱਤਾ ਜਾਵੇ। ਪ੍ਰੋਬਲਮ ਇਹ ਹੈ ਮਸਲਾ ਕਾਨੂੰਨ ਅਨੁਸਾਰ ਤੈਅ ਕਰਨਾ ਤੇ ਸੁਪਰੀਮ ਕੋਰਟ ਤੈਅ ਕਰੇਗੀ। ਲੈਜਿਸਲੇਸ਼ਨ ਦਾ ਮਸਲਾ ਹੈ, ਲੈਜਿਸਲੇਟਿਵ ਇੰਟਰਪ੍ਰੀਟੇਸ਼ਨ ਦਾ ਮਸਲਾ ਹੈ। ਕਾਨੂੰਨ ਦੇਸ਼ ਦੀ ਸੁਪਰੀਮ ਕੋਰਟ ਉਸ ਕਾਨੂੰਨ ਦੀਆਂ ਬਰੀਕੀਆਂ ਨੂੰ ਕਿਸ ਤਰੀਕੇ ਦੇ ਨਾਲ ਪੜ੍ਹੇਗੀ, ਇਹ ਮਸਲਾ ਹੈ ਕਿ ਮਸਲਾ ਰਾਜਨੀਤਿਕ ਹੈ, ਪੋਲੀਟੀਕਲ ਮਸਲਾ। ਤੁਸੀਂ ਪੋਲੀਟੀਕਲ ਮਸਲਿਆਂ ਦੀ ਪੰਡ ਬੰਨ ਕੇ ਸੁਪਰੀਮ ਕੋਰਟ ਕੋਲ ਲੈ ਜਾਂਦੇ ਹੋ ਤੇ ਉਹਨੂੰ ਕਹਿੰਦੇ ਹੋ ਕਿ ਇਹਨੂੰ ਕਾਨੂੰਨੀ ਜ਼ਰੀਏ ਰਾਹੀਂ ਇਹਨੂੰ ਸੋਲਵ ਕਰ ਦਿਓ।
ਇਹ ਪੋਲੀਟੀਸ਼ੀਅਨ ਦੀ ਹਾਰ ਹੈ, ਸਟੇਟਸਮੈਨਸ਼ਿਪ ਦੀ ਹਾਰ ਹੈ, ਪੋਲੀਟੀਕਲ ਪਾਰਟੀਆਂ ਦਾ ਆਪਸ ਵਿੱਚ ਇੱਕ ਵਾਰਤਾਲਾਪ ਨਾ ਬਣਾ ਪਾਣਾ, ਇੱਕ ਨੈਗੋਸ਼ੀਏਟਿੰਗ ਸਪੇਸ ਨਾ ਬਣਾ ਪਾਣਾ, ਉਹਦੇ ਵਿੱਚ ਨੈਗੋਸ਼ੀਏਸ਼ਨ ਨਾ ਕਰ ਪਾਣਾ, ਉਸ ਜਿਹੜਾ ਇਹ ਆਪਸ ਵਿੱਚ ਸਟ੍ਰੈਸ ਐਂਡ ਸਟ੍ਰੇਨ ਹੁੰਦਾ, ਆਪਸ ਵਿੱਚ ਇਹਨਾਂ ਦੀ ਧੱਕਾ ਮੁੱਕੀ ਹੁੰਦੀ ਹੈ, ਜਿਹਦੇ ਫੈਸਲੇ ਲੋਕਾਂ ਦੀ ਕਚਹਿਰੀ ਵਿੱਚ ਹੁੰਦੇ ਨੇ, ਰਾਜਨੀਤੀ ਰਾਹੀਂ ਹੁੰਦੇ ਨੇ, ਪੋਲਿਟਿਕਸ ਰਾਹੀਂ ਹੁੰਦੇ ਨੇ। ਫੈਡਰਲਿਜ਼ਮ ਦੇ ਫੈਸਲੇ ਉੱਥੇ ਹੁੰਦੇ ਨੇ, ਤੁਸੀਂ ਸੁਪਰੀਮ ਕੋਰਟ ਕੋਲ ਜਾ ਕੇ ਨਹੀਂ ਕਰਵਾਉਣੇ। ਇਹਦੇ ਵਿੱਚ ਇੱਕ ਫੰਡਾਮੈਂਟਲ ਮਿਸਟੇਕ ਟਰਾਈ ਕੀਤੀ ਇਹਨਾਂ ਨੇ, ਜਿਵੇਂ ਆਮ ਆਦਮੀ ਪਾਰਟੀ ਨੇ ਜੀ ਸਾਰਾ ਦੇਸ਼ ਘੁੰਮੇ, ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਸੀ ਸਭ ਨੂੰ ਕਿਹਾ, ਈਵਨ ਧਮਕੀ ਵੀ ਦਿੱਤੀ ਸੀ ਬਿਹਾਰ ਦੇ, ਜਦੋਂ ਬਿਹਾਰ ਮੀਟਿੰਗ ਹੋ ਰਹੀ ਸੀ ਉਤੋਂ ਛੱਡ ਕੇ ਆ ਇੰਡੀਆ ਵਾਲਿਆਂ ਨੂੰ ਵੀ ਤੁਹਾਡਾ ਇੰਡੀਆ ਅਧੂਰਾ ਰਹਿ ਜਾਏਗਾ ਜੇ ਅਸੀਂ ਨਹੀਂ ਆਏ, ਜੇ ਤੁਸੀਂ ਸਾਡੇ ਆਰਡੀਨੈਂਸ ਦੀ ਸਪੋਰਟ ਨਹੀਂ ਕਰਦੇ ਜੀ। ਔਰ ਮੇਰਾ ਖਿਆਲ ਹੈ ਕਾਂਗਰਸ ਨੇ ਮੈਜੋਰਿਟੀ ਦਿਖਾਈ ਜਾਂ ਨਾ ਦਿਖਾਈ, ਉਹਨਾਂ ਨੇ ਕਿਹਾ ਕਿ ਅਸੀਂ ਆਰਡੀਨੈਂਸ ਦੇ ਫੇਵਰ ਚ ਨਹੀਂ। ਆਈ ਥਿੰਕ ਇਨ ਪ੍ਰਿੰਸੀਪਲ ਉਹਨਾਂ ਨੇ ਠੀਕ ਕੀਤਾ, ਇਨ ਪ੍ਰਿੰਸੀਪਲ ਉਹਨਾਂ ਨੇ ਫੈਸਲਾ ਲਿਆ ਤੇ ਤਾਂ ਜਾ ਕੇ ਬੰਗਲੁਰੂ ਦੇ ਵਿੱਚ ਸਹਿਮਤੀ ਹੋ ਗਈ। ਬਿਲਕੁਲ ਕੀ ਮਤਲਬ ਇੱਕ ਗੱਲ ਦੇ ਨਾਲ, ਔਰ ਜਦੋਂ ਇੱਕ ਗੱਲ ਦੇ ਨਾਲ ਸਹਿਮਤੀ ਹੋ ਗਈ, ਉਹਨਾਂ ਨੇ ਇਹਨੂੰ ਇੰਪੋਰਟੈਂਟ ਤਾਂ ਮੰਨਿਆ ਇੱਕ ਤਰ੍ਹਾਂ ਦੀ, ਬਿਲਕੁਲ ਵੀ ਆਪਾਂ ਸਰਕਾਰਾਂ ਨੂੰ ਇਕੱਠੇ ਕਰ ਲਈਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਔਰ ਹੁਣ ਇੱਕ ਤਾਂ ਟੈਕਨੀਕਲ ਪੁਆਇੰਟ ਇਹ ਹੈ ਕਿ ਜਿੰਨਾ ਚਿਰ ਉਹ ਆਰਡੀਨੈਂਸ ਬਿੱਲ ਬਣ ਜਾਏਗਾ, ਕਾਨੂੰਨ ਬਣ ਜਾਏਗਾ, ਤੇ ਸੰਵਿਧਾਨਕ ਬੈਂਚ ਕਿੰਨਾ ਚਿਰ ਉਹਦੀ ਫੈਸਲਾ ਨਹੀਂ ਦਿੰਦਾ। ਨਾਰਮਲੀ ਸਾਡੇ ਦੇਸ਼ ਚ ਸੰਵਿਧਾਨਕ ਬੈਂਚ ਕਾਫੀ ਟਾਈਮ ਵੀ ਲੱਗ ਜਾਂਦੇ ਨੇ। ਇਟ ਮੀਨ ਜੋ ਉਹਨਾਂ ਚਿਰ ਤਾਂ ਗਵਰਨਮੈਂਟ ਆਫ ਇੰਡੀਆ ਤੇ ਲੈਫਟੀਨੈਂਟ ਗਵਰਨਰ ਦੀ ਚੱਲੇਗੀ, ਦਿੱਲੀ ਦੀ ਸਰਕਾਰ ਉਹਨਾਂ ਚਿਰ ਨਹੀਂ ਹੈ, ਬਲਕਿ ਮਿਊਨਿਸਪਲ ਕਮੇਟੀ ਵਰਗੀ ਵੀ ਨਹੀਂ ਲੱਗਦੀ। ਆਰਡੀਨੈਂਸ ਦੁਬਾਰਾ ਆ ਜਾਏਗਾ, ਆਰਡੀਨੈਂਸ ਦੁਬਾਰਾ ਆ ਜਾਏਗਾ। ਇੱਕ ਤਾਂ ਇਹਦਾ ਮਤਲਬ ਦਿੱਲੀ ਦੀ ਪ੍ਰੈਕਟੀਕਲੀ ਕੰਮਕਾਜ ਦੀ ਜਾਂ ਤਾਕਤਾਂ ਦਾ ਜਿਹੜੀ ਇਕੁਏਸ਼ਨ ਹੈ ਉਹ ਬਦਲਣ ਵਾਲੀ ਨਹੀਂ ਲੱਗਦੀ ਨੇੜੇ ਭਵਿੱਖ ਚ, ਜਿੰਨਾ ਚਿਰ ਇਹ ਜਜਮੈਂਟ। ਦੂਜਾ ਸਵਾਲ ਇਹ ਹੈ ਕਿ ਜਿਹੜਾ ਇੱਕ ਫੰਡਾਮੈਂਟਲ ਕੁਐਸਚਨ ਹੈ, ਫਿਰ ਆਮ ਆਦਮੀ ਪਾਰਟੀ ਵੀ ਨਹੀਂ ਤੇ ਬਾਕੀ ਵੀ ਨਹੀਂ, ਜਿਹੜਾ ਫੈਡਰਲਿਜ਼ਮ ਦਾ ਕੁਐਸਚਨ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਪੋਲੀਟੀਕਲ ਗੱਲ ਹੈ, ਇਹ ਕਿਤੇ ਆ ਜਿਹੜੀ ਇੰਡੀਆ ਵੀ ਜਿਹੜਾ ਬਣਿਆ ਉਹਦੇ ਚ ਵੀ ਕਿਤੇ ਦਿਖਾਈ ਨਹੀਂ ਦਿੰਦਾ। ਮਤਲਬ ਬਹੁਤ ਜ਼ਿਆਦਾ ਉਸ ਫੋਰਸ ਨਾਲ ਨਹੀਂ ਦਿਖਾਈ ਦਿੰਦਾ, ਕਿਤੇ ਕਿਤੇ ਰੈਫਰੈਂਸ ਤਾਂ ਹੁੰਦਾ, ਕਿਤੇ ਕਿਤੇ ਗੱਲ ਤਾਂ ਚੱਲਦੀ ਹੈ। ਤਾਂ ਫਿਰ ਇਹ ਕਿੱਧਰ ਨੂੰ, ਮਤਲਬ ਇਹਦੇ ਤੇ ਕਿਵੇਂ ਰਿਵਰਸ ਹੋ ਸਕਦਾ ਜਦੋਂ ਤੁਸੀਂ ਤਿਆਰ ਹੀ ਨਹੀਂ ਹੋ ਮੈਂਟਲੀ ਇਸ ਤੇ ਗੱਲ ਕਰਨ ਲਈ? ਦੇਖੋ, ਇੱਕ ਜਿਹੜਾ ਇਹ 26 ਪਾਰਟੀਆਂ ਨੇ ਮੁਹਾਜ਼ ਬਣਾਇਆ ਇੰਡੀਆ ਨਾਮ ਤੇ, ਇੱਕ ਗੱਲ ਸ਼ਾਇਦ ਹੁਣ ਇਹ ਸਾਰੇ ਰਿਅਲਾਈਜ਼ ਕਰਦੇ ਨੇ, ਕਾਂਗਰਸ ਇਨਕਲੂਡਿੰਗ ਰਿਅਲਾਈਜ਼ ਕਰਦੇ ਨੇ ਕਿ ਫੈਡਰਲਿਜ਼ਮ ਕੋਈ ਬਹੁਤ, ਅਸੀਂ ਕੋਈ ਲੋਫਟੀ ਪ੍ਰਿੰਸੀਪਲ ਦੀ ਗੱਲ ਨਹੀਂ ਕਰ ਰਹੇ ਕਿ ਕੋਈ ਬਹੁਤ ਆਲਾ ਦਰਜੇ ਦਾ ਬੜਾ ਮਿਆਰੀ ਇੱਕ ਸੰਵਿਧਾਨਕ ਅਸੂਲ ਹੈ ਤੇ ਸਾਨੂੰ ਫੈਡਰਲ ਹੋਣਾ ਚਾਹੀਦਾ। ਹੁਣ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਭਾਈ ਇਹ ਬੜੀ ਪ੍ਰੈਕਟੀਕਲ ਢਾਲ ਹੈ। ਜੇ ਕਾਂਗਰਸ ਦੀ ਮੰਨ ਲਓ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਤੇ ਕਾਂਗਰਸ ਦੀ ਸਰਕਾਰ ਹੋਵੇ ਰਾਜਸਥਾਨ ਵਿੱਚ, ਜੋ ਅੱਜ ਇਹ ਮਸਲਾ ਹੈ, ਕੱਲ ਨੂੰ ਰਾਜਸਥਾਨ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਬੀਜੇਪੀ ਦੀ ਕੇਂਦਰ 'ਚ ਬੈਠੀ ਸਰਕਾਰ ਭਾਵੇਂ ਈਡੀ ਵਰਤੇ, ਭਾਵੇਂ ਸੀਬੀਆਈ ਵਰਤੇ, ਕੁਝ ਵੀ ਕਰ ਸਕਦੀ ਹੈ। ਜੇ ਦਿੱਲੀ ਦੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਵਾਇਆ ਆਰਡੀਨੈਂਸ ਤੁਸੀਂ ਉਹਦੇ ਕੰਮਕਾਰ ਦੇ ਵਿੱਚ ਦਖਲ ਦਿੰਦੇ ਹੋ। ਕੱਲ ਨੂੰ ਹੁਣ ਜਿਹੜੇ ਸਾਡੇ ਪੰਜਾਬ ਦੇ ਡੀਜੀਪੀ ਨੇ, ਮੈਨੂੰ ਦੱਸੋ ਕਿ ਲਾ ਐਂਡ ਆਰਡਰ ਦਾ ਸਟੇਟ ਸਬਜੈਕਟ ਹੈ। ਪੰਜਾਬ ਦੇ ਵਿੱਚ ਤਾਂ ਕੋਈ ਧਾਰਾ ਸੰਵਿਧਾਨ ਦੀ 339(3) ਵਰਗੀ ਪ੍ਰੋਵੀਜ਼ਨ ਨਹੀਂ ਹੈ ਜਿਹਦੇ ਥੱਲੇ ਦਿੱਲੀ ਸਫਰ ਕਰ ਰਿਹਾ। ਉਹ ਅੱਜ ਦੀ ਤਰੀਕ ਦੇ ਵਿੱਚ ਅਮਿਤ ਸ਼ਾਹ ਹੋਰਾਂ ਦੀ ਜ਼ਿਆਦਾ ਸੁਣਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜ਼ਿਆਦਾ ਸੁਣਦੇ ਨੇ। ਜਦੋਂ ਜਾ ਕੇ ਦਰਵਾਜ਼ਿਆਂ ਤੇ ਦਸਤਕ ਦੇਣ ਲੱਗਦੇ ਨੇ ਵੀ ਅੱਜ ਬਠਿੰਡੇ 'ਚ ਅਸੀਂ ਵੜ ਗਏ ਹਾਂ ਤੇ ਸਾਰੇ ਜ਼ਿਲ੍ਹਿਆਂ ਦੀ ਤਲਾਸ਼ੀ ਲੈਣੀ ਹੈ ਕਿ ਇੱਥੇ ਨਸ਼ਾ ਤਾਂ ਨਹੀਂ ਹੋ ਰਿਹਾ, ਅੱਜ ਅਸੀਂ ਸਾਰੇ ਮਾਨਸੇ ਦੀ ਤਲਾਸ਼ੀ ਲਾਂਗੇ, ਅੱਜ ਅਸੀਂ ਗਲੀਆਂ ਬਾਜ਼ਾਰਾਂ 'ਚ ਵੜ ਜਾਾਂਗੇ। ਇਹ ਜਿਹੜੀ ਰੇਸ਼ੀਅਲ, ਐਥਨਿਕ, ਰਿਲੀਜੀਅਸ ਪ੍ਰੋਫਾਈਲਿੰਗ ਹੋ ਰਹੀ ਹੈ, ਇਹ ਸਾਰੇ ਮਸਲੇ ਇਸ ਕਰਕੇ ਨੇ ਕਿਉਂਕਿ ਸਟੇਟ ਗਵਰਨਮੈਂਟ ਦੀ ਆਪਣੀ ਹੀ ਬਿਊਰੋਕ੍ਰੇਸੀ ਦੇ ਉੱਤੇ, ਆਪਣੀ ਹੀ ਪੁਲਿਸ ਫੋਰਸ ਦੇ ਉੱਤੇ ਉਸ ਕਿਸਮ ਦੀ ਪਕੜ ਨਹੀਂ ਬਣਦੀ ਜਾ ਰਹੀ। NIA ਵਰਗੇ ਕਾਨੂੰਨ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਰਗੇ, ਵਿਜੀਲੈਂਸ ਬਿਊਰੋ ਵਰਗੀਆਂ, CBI ਵਰਗੀਆਂ ਜਿਹੜੀਆਂ ਫੋਰਸਿਸ ਨੇ, ਇਹ ਸਟੇਟਾਂ ਦੀ ਉਸ ਪਾਵਰ ਨੂੰ ਲਗਾਤਾਰ ਡਿਲੂਟ ਕਰਦੀਆਂ ਜਾ ਰਹੀਆਂ ਨੇ। ਪਰ ਕਿਤੇ ਨਾ ਕਿਤੇ ਸਟੇਟਾਂ ਨੇ ਵੀ ਤਾਂ ਸਟੈਂਡ ਨਹੀਂ ਲਿਆ ਨਾ, ਸਟੇਟਾਂ ਦੀਆਂ ਪਾਰਟੀਆਂ ਨੇ ਵੀ ਹਮਾਇਤ ਕੀਤੀ ਉੱਥੇ ਤਾਂ। ਜਦ ਉੱਥੇ ਤੁਸੀਂ ਪਾਰਲੀਮੈਂਟ 'ਚ ਹਮਾਇਤ ਕਰਕੇ ਆਇਆ ਤਾਂ ਕਿਹੜੇ ਗਰਾਊਂਡ ਤੇ ਇੱਥੇ ਆ ਕੇ ਰੋਕੋਗੇ? ਇਸੇ ਕਰਕੇ ਸਮਝਣਾ ਪਏਗਾ ਕਿ ਭਾਈ ਜਿਹੜਾ ਫੈਡਰਲਿਜ਼ਮ ਦਾ ਪ੍ਰਿੰਸੀਪਲ ਸੀ ਉਹ ਤੁਹਾਡੀ ਢਾਲ ਸੀ, ਉਹਨੇ ਤੁਹਾਡੀ ਸਟੇਟ ਗਵਰਨਮੈਂਟ ਤੋਂ ਬਚਾਉਣਾ ਸੀ ਸੈਂਟਰ ਦੀ ਧੱਕੇਸ਼ਾਹੀ ਤੋਂ। ਸੋ ਜਦੋਂ ਤੁਸੀਂ ਸੈਂਟਰ ਵਿੱਚ ਆ ਜਾਓਗੇ ਤੇ ਤੁਸੀਂ ਧੱਕੇਸ਼ਾਹੀ ਕਰੋਗੇ ਤਾਂ ਫਿਰ ਇਹ ਆਰਗੂਮੈਂਟ ਵੀਕ ਹੋਏਗਾ। ਇਸ ਵੇਲੇ ਬੀਜੇਪੀ ਤਾਂ ਬਾਏ ਨੇਚਰ, ਬਾਏ ਡੈਫੀਨੇਸ਼ਨ, ਪਰਿਭਾਸ਼ਾ ਦੇ ਤੌਰ ਦੇ ਉੱਤੇ ਹੀ ਇੱਕ ਯੂਨਿਟਰੀ ਸਟੇਟ ਦੀ ਪਾਰਟੀ ਹੈ। ਉਹਨਾਂ ਦਾ ਜਿਹੜਾ ਸੰਕਲਪ ਹੈ ਹਿੰਦੁਸਤਾਨ ਦਾ, ਉਹ ਇੱਕ ਮਜ਼ਬੂਤ ਕੇਂਦਰ ਤੇ ਬਹੁਤ ਵੀਕ ਸਰਕਾਰਾਂ ਦਾ। ਉਹਨਾਂ ਨੇ ਉਹਦਾ ਨਾਮ ਵੀ ਕੰਪੀਟੀਟਿਵ ਫੈਡਰਲਿਜ਼ਮ ਦੀ ਜਗ੍ਹਾ ਕੋਆਪਰੇਟਿਵ ਫੈਡਰਲਿਜ਼ਮ ਪਾਇਆ। ਤੇ ਜਿਹੜੇ ਗੱਲ ਹੀ ਇਹ ਕਰਦੇ ਨੇ ਕਿ ਡਬਲ ਇੰਜਨ ਦੀ ਸਰਕਾਰ ਬਣਾਓ, ਉਹਦਾ ਮਤਲਬ ਹੁੰਦਾ ਜੇ ਨਹੀਂ ਬਣਾਓਗੇ ਤੇ ਤੁਹਾਡਾ ਇੰਜਨ ਵਕ ਚੱਲੇਗਾ, ਅਸੀਂ ਪੁੱਠੇ ਪਾਸੇ ਨੂੰ ਚੱਲਾਂਗੇ। ਡਬਲ ਇੰਜਨ ਤਾਂ ਹਜੇ ਹੈ, ਵੈਸੇ ਇੱਕ ਦੇਸ਼ ਇੱਕ ਸਰਕਾਰ ਦੀ ਉਹ ਗੱਲ ਹੈ ਪ੍ਰੈਕਟੀਕਲ। ਹਾਂ, ਡਬਲ ਇੰਜਨ ਦਾ ਮਤਲਬ ਵੀ ਹੁੰਦਾ ਵੀ ਨੇਤਾ ਇੱਕੋ ਹੀ ਹੋਏਗਾ, ਬਾਕੀ ਤਾਂ ਥੱਲੇ। ਲੋਕ ਕਹਿੰਦੇ ਹੁੰਦੇ ਸੀ, ਮੈਂ ਜਿਹੜੀ ਅਖਬਾਰ 'ਚ ਕੰਮ ਕਰਦਾ ਸੀ, ਉਹ ਕਹਿੰਦੇ ਸੀ ਇਹਦੇ 'ਚ ਭਾਜੀ ਕੌਣ ਹੈ? ਉਹ ਕਹਿੰਦੇ ਜੀ ਕੋਈ ਨਹੀਂ ਹੈਗਾ, ਐਡੀਟਰ ਆ, ਬਾਕੀ ਸਬ ਐਡੀਟਰ ਨੇ।
ਹੁਣ ਇਹ ਹਿਸਾਬ ਹੈ, ਇੱਥੇ ਤਾਂ ਨੇਤਾ ਇੱਕੋ ਹੀ ਆ, ਮੰਤਰੀ ਜਿਹੜਾ ਦੇਸ਼ ਦਾ ਉਹ ਨਰਿੰਦਰ ਮੋਦੀ ਹੈ, ਬਾਕੀ ਸਭ ਤੇ ਸੰਤਰੀ ਨੇ। ਤੇ ਇਹੀ ਉਹ ਸਟੇਟਾਂ ਨਾਲ ਜਾਂਦੇ ਨੇ ਕਿ ਕੇਂਦਰ ਮਜ਼ਬੂਤ ਹੋਵੇ ਤੇ ਸਟੇਟਾਂ ਉਹਦੇ ਮਾਤਹਿਤ ਵਾਂਗ ਕੰਮ ਕਰਨ। ਜੇ ਸਟੇਟਾਂ ਨੇ ਅੱਜ ਆਪਣੀ ਪਹਿਚਾਨ ਦਾ ਮੁੱਦਾ ਰੱਖਣਾ, ਆਪਣੀ ਪ੍ਰਭੂ ਸੱਤਾ ਦਾ ਮੁੱਦਾ ਰੱਖਣਾ, ਇਹ ਪ੍ਰਭੂ ਸੱਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਟੇਟ ਡਾਂਗ ਫੜ ਕੇ ਉੱਠ ਰਹੀ ਹੈ ਕਿ ਮੈਂ ਤਾਂ ਚੱਲੀ ਆ ਹਿੰਦੁਸਤਾਨ ਚੋਂ ਬਾਹਰ। ਇਹਦਾ ਮਤਲਬ ਨਹੀਂ, ਇਹਦਾ ਮਤਲਬ ਹੁੰਦਾ ਹੈ ਕਿ ਸਟੇਟ ਆਪਣੇ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਮੀਟ ਕਰਨ ਲਈ ਆਪਣੇ ਫੰਡਸ ਨੂੰ ਕਿੱਦਾਂ ਡਿਵੈਲਪ ਕਰਨਾ ਹੈ, ਆਪਣੀਆਂ ਏਜੰਸੀਜ਼ ਨੂੰ ਕਿੱਦਾਂ ਡਿਵੈਲਪ ਕਰਨਾ ਹੈ, ਕਿਸ ਪਾਸੇ ਫੋਕਸ ਕਰਨਾ ਹੈ, ਕਿਸ ਪਾਸੇ ਫੋਕਸ ਹਟਾਣਾ ਹੈ, ਇਹ ਫੈਸਲੇ ਕਰ ਸਕਣ। ਜੇ ਕੇਂਦਰ ਤੋਂ ਬੈਠ ਕੇ ਨੇਤਾ ਦੱਸ ਰਿਹਾ ਹੋਵੇਗਾ ਕਿ ਹੁਣ ਅੱਜ ਸਵੱਛ ਭਾਰਤ ਨੇ ਚੱਲਣਾ ਹੈ, ਅੱਜ ਕਿਸਾਨ ਦੀ ਸਕੀਮ ਏਦਾਂ ਚੱਲਣੀ ਹੈ, ਅੱਜ ਇਹ ਯੋਜਨਾ ਏਦਾਂ ਚੱਲਣੀ ਹੈ, ਜਾਂ ਇੱਥੋਂ ਚੰਡੀਗੜ੍ਹ ਤੋਂ ਬੈਠ ਕੇ ਬਿਊਰੋਕਰੇਟ ਦੱਸ ਰਿਹਾ ਹੋਵੇਗਾ ਕਿ ਅੱਜ ਸਕੂਲ ਦੇ ਵਿੱਚ ਫਲਾਣਾ ਪਾਠ ਪੜਾਇਆ ਜਾਵੇ, ਯੂਨੀਵਰਸਿਟੀਆਂ ਦੇ ਟੀਚਰ ਹੁਣ ਇਸ ਤਰ੍ਹਾਂ ਪੜਾਉਣ, ਜਾਂ ਕਿਹੜੀ ਯੂਨੀਵਰਸਿਟੀ ਨੂੰ ਕਿੰਨੇ ਪੈਸੇ ਦੇਣੇ ਆ ਮੈਂ ਇੱਥੇ ਬੈਠ ਕੇ ਡਿਸਾਈਡ ਕਰਾਂਗਾ। ਇਹ ਤੁਸੀਂ ਲਗਾਤਾਰ ਉਸ ਆਟੋਨਮੀ ਨੂੰ ਖੋਰਾ ਲਾਉਂਦੇ ਜਾਂਦੇ ਹੋ। ਨਾ ਸਟੇਟ ਲੈਵਲ ਦੇ ਉੱਤੇ ਸਟੇਟਾਂ ਦੀਆਂ ਸਰਕਾਰਾਂ ਫੈਡਰਲ ਨੇ, ਨਾ ਕੇਂਦਰ ਦੇ ਵਿੱਚ ਇਹ ਸਰਕਾਰ ਕੋਈ ਫੈਡਰਲ ਹੈ। ਤੇ ਦਿੱਲੀ ਦਾ ਜਿਹੜਾ ਮਸਲਾ ਕੇਂਦਰ ਦੇ ਨਾਲ ਅੱਜ ਖੜਾ ਹੋਇਆ ਹੈ, ਇਹ ਉਸੇ ਫੈਡਰਲਿਜ਼ਮ ਦੀ ਸਮੱਸਿਆ ਨੂੰ ਰੇਖਾਂਕਿਤ ਕਰਦਾ ਹੈ। ਤੁਸੀਂ ਜਾ ਕੇ ਸੁਪਰੀਮ ਕੋਰਟ ਤੋਂ ਫੈਸਲਾ ਕਰਵਾਉਣਾ ਹੈ ਕਾਨੂੰਨ ਦੀਆਂ ਜਿਹੜੀਆਂ 3 ਧਾਰਾਵਾਂ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਦੇ ਥਰੂ, ਤਾਂ ਉਹਦੇ ਤੁਸੀਂ ਜਿੱਤ ਵੀ ਸਕਦੇ ਹੋ, ਹਾਰ ਵੀ ਸਕਦੇ ਹੋ, ਪਰ ਅੰਤ ਇਹ ਲੜਾਈ ਤੁਹਾਨੂੰ ਰਾਜਨੀਤਿਕ ਲੜਨੀ ਪਵੇਗੀ। ਪੋਲੀਟੀਕਲ ਸੰਕਲਪ ਤੁਹਾਡਾ ਫੈਡਰਲਿਜ਼ਮ ਦਾ ਹੈ ਕਿ ਨਹੀਂ, ਉਹ ਫੈਸਲਾ ਕਰੇਗਾ। ਬੇਸਿਕਲੀ ਆਪਾਂ ਦੇਖਿਆ ਜੇ ਇੱਕ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਕਿਸਾਨ ਅੰਦੋਲਨ, ਬਿਲਕੁਲ ਇਹਨਾਂ ਨਾਲ ਤਾਂ ਸਿਆਣੇ ਦਾ ਮਤਲਬ ਉਦੋਂ ਕਿਸਾਨ ਨਿਕਲੇ, ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਗੱਲਬਾਤ ਵੇਲੇ ਇਹ ਕਹਿੰਦੀ ਸੀ, ਜਿੰਨੇ ਵਾਰ ਗੱਲਬਾਤ ਚੱਲੀ, ਵੀ ਜੇ ਤੁਸੀਂ ਇਹ ਕਹਿ ਰਹੇ ਹੋ, ਉਹਨਾਂ ਨੇ ਮੁੱਦਾ ਦੂਜਾ ਨੁਕਤਾ ਉਠਾਇਆ, ਇੱਕ ਤਾਂ ਕਿ ਕਾਰਪੋਰੇਟ ਆ ਰਿਹਾ, ਦੂਜਾ ਉਠਾਇਆ ਸੀ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਤੁਸੀਂ ਬਿੱਲ ਪਾਸ ਨਹੀਂ ਕਰ ਸਕਦੇ, ਤੁਸੀਂ ਇਹਨੂੰ ਕਿਧਰੇ ਹੋਰ ਨਹੀਂ ਲਿਆ ਕੇ ਵਣਜ ਵਪਾਰ ਦੇ ਇੱਕ ਕਲੌਜ ਦੇ ਤਹਿਤ ਲਿਆ ਕੇ ਕਰ ਰਹੇ ਹੋ, ਤੇ ਇਹ ਨਹੀਂ ਹੈ ਠੀਕ ਸੰਵਿਧਾਨਕ ਤੌਰ ਤੇ। ਤਾਂ ਕੇਂਦਰ ਸਰਕਾਰ ਦਲੀਲ ਦੇਣ ਲੱਗੀ ਸੀ, ਫਿਰ ਤੁਸੀਂ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ। ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਕਿਉਂ ਚਲੇ ਜਾਈਏ? ਅਜੇ ਕਿ ਚੰਗੇ ਕਾਨੂੰਨਾਂ ਨੇ ਕਹਿ ਰਹੇ ਸੀ ਕਿ ਜੇ ਸੁਪਰੀਮ ਕੋਰਟ ਜਾਓਗੇ ਤੁਸੀਂ ਜਿੱਤ ਸਕਦੇ ਹੋ, ਪਰ ਕਿਸਾਨਾਂ ਨੇ ਕਿਹਾ ਕਿ ਨਹੀਂ, ਅਸੀਂ ਕਾਨੂੰਨੀ ਲੜਾਈ ਨਹੀਂ ਹੈ, ਸਿਆਸਤ ਦੀ ਲੜਾਈ ਹੈ। ਸਿਆਸਤ ਦੀ ਲੜਾਈ ਹੈ, ਜਿਹੜੀ ਪਾਰਲੀਮੈਂਟ ਨੇ ਇਹਨੂੰ ਪਾਸ ਕੀਤਾ, ਜਿਹੜੇ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ, ਉਹਨੂੰ ਹੀ ਵਾਪਸ ਲੈਣਾ ਪਊ। ਬਿਲਕੁਲ ਜੇ ਉਹ ਸਾਲ ਤੋਂ ਜ਼ਿਆਦਾ ਲੰਬਾ ਚੱਲਿਆ, ਇੱਕ ਜਦੋਜਹਿਦ ਚੱਲੀ, ਇਹ ਤਜਰਬਾ ਤੁਹਾਡੇ ਸਾਹਮਣੇ ਹੈ, ਤਾਂ ਕੀ ਪੋਲੀਟੀਕਲ ਧਿਰਾਂ ਜਿਹੜੀਆਂ ਨੇ ਉਹ ਇਹਨੂੰ ਸਮਝ ਨਹੀਂ ਰਹੀਆਂ, ਜਾਂ ਸਮਝਦੀਆਂ ਹੋਈਆਂ ਨੇ ਵੀ ਉਹਨਾਂ ਨੂੰ ਲੱਗਦਾ ਹੈ ਔਖਾ ਪੈਂਦਾ ਤੇ ਅਸੀਂ ਉਧਰ ਜਾ ਨਹੀਂ ਰਹੇ, ਜਾਂ ਇੱਕ ਸਿਧਾਂਤਕ ਪਰਪੱਕਤਾ ਦਾ ਵੀ ਜਿਹੜੀ ਪੋਲਿਟਿਕਸ ਅੱਜ ਕੱਲ ਚੱਲ ਰਹੀ ਹੈ, ਜਿਹਨੂੰ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਤਾਂ ਬੜੀ ਜ਼ਿਆਦਾ ਕਹਿੰਦੀ ਹੈ ਕਿ ਵਿਚਾਰਕ ਦੌਰ ਤਾਂ ਖਤਮ ਹੋ ਗਿਆ, ਪ੍ਰੈਗਮੈਟਿਕ ਹੋ ਗਿਆ, ਹੁਣ ਅਮਲੀ ਤੁਸੀਂ ਸਾਡੇ ਕੋਲ ਲਿਆ ਕਰੋਗੇ ਮੁੱਦਾ, ਅਸੀਂ ਉਹਦਾ ਹੱਲ ਕਰ ਦਿਆ ਕਰਾਂਗੇ। ਹੁਣ ਵਿਚਾਰਕ ਦੌਰ ਸ਼ੁਰੂ ਹੋ ਗਿਆ ਸੀ ਜਦੋਂ ਕੇਜਰੀਵਾਲ ਤੁਸੀਂ ਕਿਹਾ ਸਾਰੇ ਮੁਲਕ 'ਚ ਚੱਕਰ ਮਾਰ ਰਿਹਾ ਸੀ, ਫਿਰ ਉਹ ਕੀ ਹੋ ਰਿਹਾ ਸੀ? ਇਹੀ ਕੁਐਸਚਨ ਹੈ ਕਿ ਉਹ ਜਿਹੜੀ ਸਿਧਾਂਤਕ ਮੇਰਾ ਖਿਆਲ ਹੈ ਬਹੁਤ ਬੜਾ ਗੈਪ ਹੈ ਕਿ ਮੈਂ ਫੈਡਰਲਿਜ਼ਮ ਵਾਲੇ ਪਾਸੇ ਖੜਾ ਹਾਂ, ਮੈਂ ਸੈਕੂਲਰ ਹਾਂ ਜਾਂ ਨਹੀਂ ਹਾਂ, ਮੈਂ ਸੋਸ਼ਲਿਸਟ ਸਟੇਟ ਚਾਹੁੰਦਾ, ਮੈਂ ਦੂਸਰੇ ਦੇ ਨਾਲ ਹਾਂ। ਇਹ ਬਖਰੇਵੇਂ ਬਹੁਤ ਮਾਈਨਰ ਹੋ ਗਏ ਨੇ ਤੇ ਇਸੇ ਲਈ ਲੜਾਈ ਨਹੀਂ ਹੋ ਰਹੀ। ਦੇਖੋ, ਜਦੋਂ ਤਾਂ ਤੁਸੀਂ ਕਿਤਾਬਾਂ ਤੋਂ ਨਹੀਂ ਸਿੱਖਦੇ, ਦੁਨੀਆ ਦੇ ਐਕਸਪੀਰੀਅੰਸ ਤੋਂ ਨਹੀਂ ਸਿੱਖਦੇ, ਸਿਆਣਪ ਦੀਆਂ ਗੱਲਾਂ ਦੀਆਂ ਜਿਹੜੀਆਂ ਬਹਿਸਾਂ ਨੇ ਸਿਆਣੀਆਂ ਉਹਨਾਂ ਤੋਂ ਨਹੀਂ ਸਿੱਖਦੇ, ਤਾਂ ਫਿਰ ਜਿਹੜਾ ਤੁਹਾਨੂੰ ਡਾਂਗ ਨਾਲ ਕੁੱਟਣ ਆਉਂਦਾ ਉਹ ਤੁਹਾਨੂੰ ਸਿਖਾ ਕੇ ਜਾਂਦਾ। ਇਸ ਵੇਲੇ ਕੇਰਲਾ ਵਿੱਚ ਕੁੱਟ ਰਹੇ ਨੇ ਨਾ ਵਾਇਆ ਆਰਿਫ ਮੁਹੰਮਦ ਖਾਨ ਜੀ, ਤਾਮਿਲਨਾਡੂ ਦੇ ਵਿੱਚ ਆਰ.ਐਨ. ਰਵੀ ਨੇ ਆਪਣਾ ਪ੍ਰਾਈਵੇਟ ਹੀ ਸੰਵਿਧਾਨ ਕਰ ਰੱਖਿਆ ਹੋਇਆ ਇੱਕ ਆਪਣੇ ਟਰੰਕ 'ਚ, ਉਹਦੇ 'ਚੋਂ ਕੱਢ ਕੇ ਪੜ੍ਹ ਕੇ ਉਹ ਸਟੇਟ ਦੇ ਸਾਰੇ ਕਾਨੂੰਨ ਰੋਕੀ ਜਾ ਰਹੇ ਨੇ। ਜਿਹੜਾ ਜੰਮੂ ਕਸ਼ਮੀਰ ਦਾ ਜਿਹੜਾ 370 ਨਾਲ ਜੋ ਹੋਇਆ, ਅੱਜ ਜੰਮੂ ਕਸ਼ਮੀਰ ਨੂੰ ਕਿੰਨਾ ਸਮਾਂ ਹੋ ਗਿਆ ਕਿ ਉਹ ਅਨਰੀਪ੍ਰੈਜ਼ੈਂਟਡ ਹੈ। 4 ਸਾਲ ਹੋ ਗਏ, ਜਿੱਥੇ ਲੋਕਾਂ ਨਾਲ ਇਹ ਹੋ ਗਿਆ ਹੋਵੇ, ਲੋਕਾਂ ਨੂੰ ਜੇਲ੍ਹ ਬਣਾ ਦਿੱਤੀ ਹੋਵੇ। 4 ਸਾਲਾਂ ਤੋਂ ਦੇਸ਼ ਦੀ ਸਭ ਤੋਂ ਸੈਂਸਿਟਿਵ ਸੂਬਾ, ਲੋਕਾਂ ਦੇ ਚੁਣੇ ਹੋਏ ਨੁਮਾਇੰਦਗੀਆਂ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਨੁਮਾਇੰਦਗੀ ਤੋਂ ਉਹਨਾਂ ਨੂੰ ਮਹਿਰੂਮ ਕਰ ਦਿੱਤਾ ਗਿਆ। ਕੋਈ ਉਹਨਾਂ ਦਾ ਨੁਮਾਇੰਦਾ ਨਹੀਂ ਹੈ। ਉਹਨਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੇ ਚੁਣੇ ਸੀ, ਉਹਨਾਂ ਦਾ ਪਤਾ ਨਹੀਂ ਸੀਗਾ ਕਿੰਨੇ ਮਹੀਨੇ ਕਿ ਉਹ ਕਿਹੜੀਆਂ ਜੇਲ੍ਹਾਂ ਵਿੱਚ ਕਿਹੜੇ ਹਾਲਾਤਾਂ ਵਿੱਚ ਬੈਠੇ ਨੇ। ਇਹ ਉਹ ਜਿਹੜੇ ਫੈਡਰਲਿਜ਼ਮ ਦੇ ਸਬਕ ਨੇ। ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਕੋਈ ਆਈਡੀਓਲੋਜੀ ਨਹੀਂ ਹੁੰਦੀ, ਫਿਰ ਜਦੋਂ ਬਨਵਾਰੀ ਲਾਲ ਪੁਰੋਹਿਤ ਨਾਲ ਪੰਗਾ ਪੈਂਦਾ ਤਾਂ ਸਾਰੀ ਆਈਡੀਓਲੋਜੀ ਯਾਦ ਆ ਜਾਂਦੀ ਹੈ। ਜਦੋਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਧੱਕਾ ਕਰਦਾ ਫਿਰ ਸਭ ਆਈਡੀਓਲੋਜੀ ਯਾਦ ਆ ਜਾਂਦੀ ਹੈ। ਫਿਰ ਪਤਾ ਲੱਗਦਾ ਹੈ ਕਿ ਭਾਈ ਹੜ੍ਹ ਦਾ ਪਾਣੀ ਕਿੱਧਰ ਨੂੰ ਮੋੜਨਾ, ਕਿੱਧਰ ਨੂੰ ਨਹੀਂ ਮੋੜਨਾ, ਕਿਹੜੀਆਂ ਸੜਕਾਂ ਤੇ ਪੰਪ ਲਾਉਣੇ ਨੇ, ਕਿੱਥੇ ਨਹੀਂ ਲਾਉਣੇ, ਅੱਧੀ ਰਾਤ ਨੂੰ ਐਨਡੀਆਰਐਫ ਆਵੇ ਕਿ ਸਵੇਰੇ ਆਵੇ। ਇਹ ਜਿਹੜੇ ਈਜ਼ੀਲੀ ਫੈਸਲੇ ਸਟੇਟ ਗਵਰਨਮੈਂਟ ਦੇ ਹੱਥ 'ਚ ਸੀ, ਇਹ ਐਲਜੀ ਦੇ ਹੱਥ ਵਿੱਚ ਕਿਉਂ ਚਲੇ ਗਏ ਨੇ? ਕਿਉਂਕਿ ਤੁਸੀਂ ਕਿਹਾ ਵੀ ਪੋਲਿਟਿਕਸ ਦਾ ਆਈਡੀਓਲੋਜੀ ਤੋਂ ਡਾਈਵੋਰਸ ਹੋ ਚੁੱਕਾ। ਅਸੀਂ ਤਾਂ ਵਿਕਾਸ ਕਰਾਉਣਾ ਸੀ, ਪੜ੍ਹਾਈ ਦੇਣੀ, ਵਿਕਾਸ ਕਰਨਾ, ਸਿੱਖਿਆ ਦੇਣੀ ਹੈ, ਅਸੀਂ ਬਾਕੀ ਚੀਜ਼ਾਂ ਦੇਣਾ, ਹਾਲਾਂਕਿ ਉਹ ਵੀ ਜ਼ਰੂਰੀ ਹੈ। ਚੱਲ ਨਹੀਂ, ਉਹ ਸਭ ਤੋਂ ਜ਼ਰੂਰੀ ਹੈ, ਪਰ ਕਿਸ ਦਾ ਵਿਕਾਸ ਕਹਿਣਾ ਹੋਣਾ ਤੇ ਵਿਕਾਸ ਕਹਿਣਾ ਕਿਸ ਨੂੰ ਹੈ? ਇਹ ਤਾਂ ਰਾਜਨੀਤਿਕ ਮਸਲਾ।
ਦੇਖੋ ਜੀ, ਜੇ ਤੁਸੀਂ ਮੈਨੂੰ ਇੰਨੀ ਮਦਦ ਦਿੰਦੇ ਹੋ, ਸਰਕਾਰ ਇਹੋ ਜਿਹੀਆਂ ਸਕੀਮਾਂ ਚਲਾਵੇ ਵੀ ਮੇਰੀ ਇਨਕਮ ਵੱਧ ਜੇ ਤੇ ਮੈਂ ਕਾਰ ਥੋੜੀ ਵੱਡੀ ਲਵਾਂ ਤੇ ਕੋਠੀ ਥੋੜੀ ਵੱਡੀ ਲੈ ਲਵਾਂ ਤੇ ਮੇਰਾ ਵਿਕਾਸ ਤੇ ਹੋ ਹੀ ਰਹੇਗਾ। ਤੇ ਮੈਂ ਸਰਕਾਰ ਨੂੰ ਕਹਾਂਗਾ ਕਿ ਅੱਛੀ ਸਰਕਾਰ ਹੈ, ਇਹ ਵਿਕਾਸ ਮੁਖੀ ਸੋਚ ਰਹੀ ਹੈ। ਅੱਜ ਸਾਡੀ ਸਰਕਾਰ ਵਿਕਾਸ ਮੁਖੀ ਸੋਚ ਰਹੀ ਹੈ। ਮਨੁੱਖ ਚੰਦਰਮਾ ਤੇ ਜਾਣ ਨੂੰ ਤਿਆਰ ਹੈ, ਉੱਥੇ ਹਿੰਦੁਸਤਾਨ ਦਾ ਰਾਕਟ ਪੁੱਜ ਰਿਹਾ ਹੈ, ਇੱਥੇ ਸਾਰੀਆਂ ਵੱਡੀਆਂ ਵੱਡੀਆਂ ਸਕੀਮਾਂ ਬਣ ਰਹੀਆਂ, ਵੱਡੇ ਵੱਡੇ ਡੈਮ ਬਣ ਰਹੇ ਨੇ, ਅਹਿਮਦਾਬਾਦ ਵਿੱਚ ਬੀਚ ਫਰੰਟ ਹੋਟਲ ਬਣ ਰਹੇ ਨੇ, ਬੜੀ ਡਿਵੈਲਪਮੈਂਟ ਹੋ ਰਹੀ ਹੈ, ਵਿਕਾਸ ਹੋ ਰਿਹਾ। ਦੂਸਰਾ ਕੋਈ ਬੰਦਾ ਕਹਿੰਦਾ ਕਿ ਭਾਈ ਸਾਡੇ ਲੋਕ ਹੜ੍ਹਾਂ ਵਿੱਚ ਫਸੇ ਨੇ, ਰੋਟੀ ਖਾਣ ਨੂੰ ਨਹੀਂ ਮਿਲ ਰਹੀ, ਮਜ਼ਦੂਰ ਦੀ ਦਿਹਾੜੀ ਦੇਖੋ ਕਿੰਨੀ ਹੈ, ਮਨਰੇਗਾ ਦੀਆਂ ਦਿਹਾੜੀਆਂ ਨਹੀਂ ਮਿਲ ਰਹੀਆਂ, ਵਿਕਾਸ ਕਿੱਥੇ ਹੋ ਰਿਹਾ? ਉਹ ਗੱਲ ਛੱਡੋ, ਜਿਹੜੇ ਸਰਕਾਰ ਨੇ ਮਸਲਾ ਤਾਂ ਪੋਲੀਟੀਕਲ ਹੈ। ਬਾਬਾ ਸੀਚੇਵਾਲ ਤਾਂ ਰਾਜ ਸਭਾ ਮੈਂਬਰ ਹੈ। ਬਿਲਕੁਲ। ਉਹ ਅੱਜ ਰੋ ਕੇ ਕਹਿੰਦੇ ਉਹਨਾਂ ਨੂੰ ਕਿੰਨੇ ਦਿਨਾਂ ਦਾ ਦੱਸਿਆ 2000 ਲੀਟਰ ਡੀਜ਼ਲ ਚਾਹੀਦਾ, ਸਾਡੇ ਤਾਂ ਬੰਦ ਤੇ ਬੜਾ ਪੰਗਾ ਹੈ। ਕਿਉਂਕਿ ਉਹਨੇ ਆਪਣੀ ਮਸ਼ੀਨਰੀ ਲਾਈ ਹੋਈ ਹੈ, ਪਾਣੀ ਲਾਈ ਹੋਈ ਹੈ, ਪਾਣੀ ਤੇ ਲੋਕਾਂ ਕੋਲੋਂ ਹੈ ਨਹੀਂ ਤੇ ਉਸੇ ਦਾ ਫੈਸਲਾ ਨਹੀਂ ਹੁੰਦਾ ਸਰਕਾਰ ਤੋਂ। ਤੇ ਸਰਕਾਰ ਉਹਨਾਂ ਦੀ ਪਾਰਟੀ ਦੀ ਹੈ, ਸਰਕਾਰ ਪਾਰਟੀ ਦੀ ਹੈ ਤੇ ਸਾਰੇ ਬੰਦੇ ਨੇ। ਇਹਦਾ ਮਤਲਬ ਅਪਰੋਚ ਦਾ ਸਵਾਲ ਹੈ। ਇਸੇ ਕਰਕੇ ਜੇ ਪੰਜਾਬ ਦੀ ਤਾਂ ਗੱਲ ਦੇਖੀਏ, ਜਿਹਦੇ ਲੋਕਾਂ ਦੇ ਜਿਹਨ ਚ ਫੈਡਰਲਿਜ਼ਮ ਸੀਗਾ, ਅਕਾਲੀ ਦਲ ਕਿਉਂ ਰਿਡਿਊਸ ਹੋਇਆ? ਉਹਦੇ ਚ ਇੱਕ ਰੀਜਨ ਇਹ ਵੀ ਸੀ ਕਿ ਉਹ ਖਾਸਾਂ ਤੇ ਲੜਨਾ ਛੱਡ ਗਿਆ, ਜਿਹਦੇ ਕਦੇ ਆਨੰਦਪੁਰ ਦੇ ਮੱਥੇ ਤੇ ਲੜਦਾ ਸੀ, ਕਦੇ ਉਸ ਗੱਲ ਦੇ ਉੱਤੇ ਗੱਲ ਕਰਦਾ ਸੀ। ਪਰ ਮੈਂ ਇਹਦੇ ਨਾਲ ਇੱਕ ਹੋਰ ਜਿਹੜਾ ਸਵਾਲ ਇਹਦੇ ਤੇ ਚਾਹੁੰਦਾ ਕਿ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਏ। ਜਿਹੜਾ ਇੱਕ ਸਟਰਕਚਰ ਹੈ ਕਾਂਸਟੀਟਿਊਸ਼ਨ ਦਾ ਫੈਡਰਲਿਜ਼ਮ ਦੇ ਵਿੱਚ ਦੇ ਤੌਰ ਤੇ, ਕਾਂਸਟੀਟਿਊਸ਼ਨ ਦੇ ਵਿੱਚ ਇਸ ਦਾ ਕੋਈ ਦੌਰਾਵਾ ਨਹੀਂ, ਜਿੰਨੀਆਂ ਸੋਧਾਂ ਹੋਈਆਂ ਹੌਲੀ ਹੌਲੀ ਇਹ ਸਗੋਂ ਸੈਂਟਰਲਾਈਜ਼ ਹੁੰਦਾ, ਵੀਕ ਹੁੰਦਾ ਗਿਆ ਕਿਸੇ ਨਾ ਕਿਸੇ ਰੂਪ ਚ। ਪਰ ਇੱਕ ਜੱਜਮੈਂਟ ਹੈ ਜਿਹੜੀ ਕੇਸਵਾਨੰਦ ਭਾਰਤੀ ਜੱਜਮੈਂਟ ਜਿਹਨੂੰ ਕਹਿੰਦੇ ਨੇ, ਤੇ ਵਰਸਜ ਕੇਰਲਾ ਗਵਰਨਮੈਂਟ, ਉਹਦੇ ਚ ਜਿਹੜੀ ਬੇਸਿਕ ਸਟਰਕਚਰ ਦੀ ਗੱਲ ਕੀਤੀ ਹੈ ਕਿ ਉਹ ਨਹੀਂ ਹਿਲਾ ਸਕੇਗੀ ਪਾਰਲੀਮੈਂਟ ਨੂੰ, ਭਾਵੇਂ ਸਾਰੇ ਪੱਖਾਂ ਤੇ ਕਾਨੂੰਨ ਬਣਾਉਣ ਦਾ ਹੱਕ ਹੈ, ਬਿਲਕੁਲ, ਪਰ ਉਹਨੂੰ ਜਿਹੜਾ ਬੁਨਿਆਦੀ ਢਾਂਚਾ ਹੈ ਸੰਵਿਧਾਨ ਦਾ ਉਹਦੇ ਤੇ ਨਹੀਂ ਹੈ ਜੀ। ਉਹਦੀ ਵਿਆਖਿਆ ਕਿ ਕਿਹੜੀ ਕਿਹੜੀ ਚੀਜ਼ ਦੀ ਕੀ ਫੈਡਰਲਿਜ਼ਮ ਉਹਦਾ ਹਿੱਸਾ ਨਹੀਂ ਹੈ, ਕਿ ਬਾਕੀ ਦੀਆਂ ਚੀਜ਼ਾਂ ਉਹਦਾ ਹਿੱਸਾ ਨਹੀਂ ਹੈ। ਹਾਲਾਂਕਿ ਜੇ ਦੇਖੋ ਤਾਂ ਵੱਖ-ਵੱਖ ਜੱਜਾਂ ਨੇ ਉਹਦੇ ਚ ਵੱਖ-ਵੱਖ ਚੀਜ਼ਾਂ ਮੇਨ ਲਿਖੀਆਂ ਨੇ ਕਿ ਫੈਡਰਲ ਸਟਰਕਚਰ ਚ ਆਹ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਕਿੰਨਿਆਂ ਨੇ ਆਪੋ ਆਪਣੀਆਂ ਲਿਖਤੀਆਂ ਨੇ, ਪਰ ਉਹ ਕੰਸੈਂਸਸ ਬੇਸਡ ਕਿਹਨਾਂ ਨੂੰ ਮੰਨਿਆ ਜਾਂਦਾ ਹੈ। ਹਾਲਾਂਕਿ ਫੰਡਾਮੈਂਟਲ ਰਾਈਟਸ ਵੀ ਤੁਹਾਡੇ ਕਰਟੇਲ ਕੀਤੇ ਜਾ ਸਕਦੇ ਨੇ, ਐਮਰਜੈਂਸੀ ਲੱਗ ਸਕਦੀ ਹੈ, ਬਾਕੀ ਚੀਜ਼ਾਂ, ਤਾਂ ਬੇਸਿਕ ਸਟਰਕਚਰ ਕਿਹੜਾ ਹੈ ਜਿਹਦੇ ਚ ਫਿਰ ਇਹ ਨਹੀਂ ਹੋ ਸਕਦਾ? ਦੇਖੋ, ਇਹ ਹੈ ਰੀਅਲ ਪੋਲੀਟੀਕਲ ਕੁਐਸਚਨ। ਹੁਣ ਤੁਸੀਂ ਦੇਖੋ ਅਸੀਂ ਬੈਠੇ ਕਿਸ ਦੌਰ ਦੇ ਵਿੱਚ ਆ। ਜਿਸ ਰਾਜ ਸਭਾ ਦੇ ਚੇਅਰਪਰਸਨ ਨੂੰ ਰਾਘਵ ਚੱਡਾ ਹਰੀ ਚਿੱਠੀ ਲਿਖ ਰਹੇ ਨੇ ਕਿ ਇਸ ਆਰਡੀਨੈਂਸ ਨੂੰ ਬਿੱਲ ਵਿੱਚ ਕਨਵਰਟ ਕਰਨ ਲਈ ਜਿਹੜਾ ਬਿੱਲ ਦਾ ਡਰਾਫਟ ਆ ਰਿਹਾ ਉਹਨੂੰ ਟੇਬਲ ਨਾ ਕੀਤਾ ਜਾਵੇ, ਇਹ ਉਹ ਚੇਅਰਮੈਨ ਨੇ ਜਿਨ੍ਹਾਂ ਨੇ ਕਿਹਾ ਕਿ ਕੇਸ਼ਵਨੰਦ ਭਾਰਤੀ ਵਾਲੀ ਜੱਜਮੈਂਟ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਸ਼ਰਮਨਾਕ ਜੱਜਮੈਂਟ ਹੈ ਤੇ ਉਸ ਨੂੰ ਦੁਬਾਰਾ ਰਿਵਿਊ ਕਰਨਾ ਚਾਹੀਦਾ ਹੈ। ਤੁਸੀਂ ਦੇਖੋ, ਇੱਥੇ ਹੈ ਪੋਲਿਟਿਕਸ ਦਾ ਆਪਸ ਵਿੱਚ ਟਕਰਾਅ, ਆਈਡੀਓਲੋਜੀਜ਼ ਦਾ ਆਪਸ ਵਿੱਚ ਟਕਰਾਅ। ਇਸ ਕਰਕੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਵਿਕਾਸ ਦੀ ਸਿਆਸਤ ਕਰਨੀ ਹੈ ਤੇ ਉਹ ਆਈਡੀਓਲੋਜੀ ਤੋਂ ਮਹਿਰੂਮ ਹੈ, ਉਹਦਾ ਤਲਾਕ ਹੋ ਚੁੱਕਾ ਹੈ, ਵਿਚਾਰਧਾਰਾ ਕੁਝ ਨਹੀਂ ਹੁੰਦੀ, ਗਵਰਨੈਂਸ ਦੀ ਸਿਆਸਤ ਕਰਾਂਗੇ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਚਾਰਧਾਰਾ ਉਹ ਹੁੰਦੀ ਹੈ ਕਿ ਅੱਜ ਜੇ ਜਗਦੀਪ ਧਨਖੜ ਹੋਰਾਂ ਨੇ ਫੈਸਲਾ ਕਰਨਾ ਹੈ ਕਿ ਬਿੱਲ ਪੇਸ਼ ਹੋਵੇ ਜਾਂ ਨਾ, ਤਾਂ ਉਹ ਜਗਦੀਪ ਧਨਖੜ ਫੈਸਲਾ ਕਰਨਗੇ। ਜਿਹੜੇ ਕਹਿੰਦੇ ਨੇ ਕੇਸ਼ਵਨੰਦ ਭਾਰਤੀ ਸ਼ਰਮਨਾਕ ਫੈਸਲਾ ਜਿਹੜਾ ਸੰਵਿਧਾਨ ਦੀ ਬੇਸਿਕ ਸਟਰਕਚਰ ਨੂੰ ਡਿਫਾਈਨ ਕਰਦਾ, ਤਾਂ ਫਿਰ ਉਹ ਰਾਘਵ ਚੱਡਾ ਚਿੱਠੀ ਕਿਸ ਨੂੰ ਪਾ ਰਹੇ ਨੇ? ਉਹ ਕੰਧ ਨੂੰ ਲਿਖ ਦਿੰਦੇ, ਕੰਧ ਸ਼ਾਇਦ ਬੈਟਰ ਸੁਣ ਲੈਂਦੀ। ਦੂਸਰੀ ਗੱਲ ਇੱਕ ਪੱਲੀ ਸਿਰਫ ਇੰਨਾ ਕਹਿਣਾ ਚਾਹ ਰਿਹਾ ਕਿ ਕੇਸ਼ਵਨੰਦ ਭਾਰਤੀ ਦੀ ਜੱਜਮੈਂਟ ਦੇ ਵਿੱਚ ਫੈਡਰਲਿਜ਼ਮ ਨੂੰ ਉਹਨਾਂ ਨੇ ਬੇਸਿਕ ਸਟਰਕਚਰ ਦਾ ਹਿੱਸਾ ਨਹੀਂ ਕਿਹਾ। ਪਰ ਕੋਈ ਵੀ ਅੱਜ ਹਿੰਦੁਸਤਾਨ ਦੀ ਪੋਲੀਟੀਕਲ ਲੜਾਈ ਉਦੋਂ ਤੱਕ ਸਕਸੈਸਫੁਲ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਪੋਲੀਟੀਕਲ ਪਾਰਟੀ ਇਹ ਸਪਸ਼ਟ ਸ਼ਬਦਾਂ ਵਿੱਚ ਨਹੀਂ ਕਹਿੰਦੀ ਕਿ ਫੈਡਰਲਿਜ਼ਮ ਨੂੰ ਅਸੀਂ ਦੇਸ਼ ਦੇ ਸੰਵਿਧਾਨ ਦੀ ਬੇਸਿਕ ਸਟਰਕਚਰ ਦਾ ਇੱਕ ਹਿੱਸਾ ਮੰਨਦੇ ਹਾਂ, ਇਹ ਉਹਦਾ ਇੰਟੈਗਰਲ ਪਾਰਟ ਹੈ। ਅਨਫੋਰਚੂਨੇਟ ਹੈ ਕਿ ਸਾਡਾ ਸੰਵਿਧਾਨ ਫੈਡਰਲ ਸ਼ਬਦ ਨੂੰ ਪ੍ਰਯੋਗ ਵੀ ਨਹੀਂ ਕਰਦਾ। ਪਰ ਔਰ ਇਹ ਮਸਲਾ ਉਸ ਵੇਲੇ ਵੀ ਆਇਆ ਸੀਗਾ, ਇਹ ਮਸਲਾ ਅੰਬੇਦਕਰ ਸਾਹਿਬ ਦੇ ਹੁੰਦਿਆਂ ਹੀ ਆ ਗਿਆ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਐਟ ਦਾ ਸੇਮ ਟਾਈਮ ਸੰਵਿਧਾਨ ਫੈਡਰਲ ਵੀ ਹੈ ਤੇ ਯੂਨਿਟਰੀ ਵੀ ਹੈ, ਇਹ ਸਮੇਂ ਤੇ ਸਰਕਮਸਟੈਂਸਿਸ ਦੇ ਉੱਤੇ ਡਿਪੈਂਡ ਕਰੇਗਾ। ਇਸੇ ਕਰਕੇ ਤੇ ਇਤਰਾਜ਼ ਵੀ ਅੱਗੇ ਜਾਣ ਦੀ ਲੋੜ, ਇਹਦੇ ਤੇ ਸ਼ੁਰੂ ਤੋਂ ਅਕਾਲੀਆਂ ਨੂੰ ਵੀ ਮਿਨੋਰਿਟੀਜ਼ ਨੂੰ ਇਤਰਾਜ਼ ਵੀ ਰਹੇ ਬਿਲਕੁਲ ਇਸ ਗੱਲ ਤੇ ਕਿ ਨਹੀਂ ਹੈ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਜਿੰਨੇ ਅਧਿਕਾਰ, ਔਰ ਸੀਪੀਐਮ ਦੀ ਗਵਰਨਮੈਂਟ ਨੇ 77 ਜਿਹੜਾ ਮੈਮੋਰੰਡਮ ਦਿੱਤਾ ਹੈ ਬਿਲਕੁਲ ਉਹ ਤਾਂ ਯੂਨੀਅਨ ਆਫ ਸਟੇਟ ਦੀ ਜਗ੍ਹਾ ਵੀ ਕਹਿੰਦੇ ਨੇ ਕਿ ਫੈਡਰਲ ਸ਼ਬਦ ਪਾਓ, ਫੈਡਰੇਸ਼ਨ ਆਫ ਜਿਹੜੀਆਂ ਸਟੇਟ। ਪੰਜਾਬ ਦਾ ਜਿਹੜਾ ਫੈਡਰਲਿਜ਼ਮ ਦੇ ਨਾਲ ਸਾਰਾ ਡਿਬੇਟ ਰਿਹਾ, ਇਹਨੂੰ ਅੱਛੇ ਤਰੀਕੇ ਨਾਲ ਕਲਮਬੱਧ ਕੀਤਾ ਗਿਆ ਹੈ। ਸਾਰੀ ਪੰਜਾਬ ਦੀ ਜਿਹੜੀ ਪੋਲੀਟੀਕਲ ਐਸਪੀਰੇਸ਼ਨ ਦੀ ਲੜਾਈ ਰਹੀ ਹੈ ਅਸੀਵਿਆਂ ਦੀ, ਉਹ ਵੀ ਉਸ ਲੜਾਈ ਦੇ ਬੇਸਿਸ ਦੇ ਉੱਤੇ ਡਿਬੇਟ ਕਿਆ। ਪ੍ਰੋਫੈਸਰ ਪ੍ਰੀਤਮ ਸਿੰਘ ਜਿਹੜੇ ਆਕਸਫੋਰਡ ਬਰੁਕਸ ਯੂਨੀਵਰਸਿਟੀ ਵਾਲੇ ਨੇ, ਉਹਨਾਂ ਦਾ ਸਾਰਾ ਕੰਮ ਇਹਦੇ ਤੇ ਹੈ ਕਿ ਕਿਵੇਂ ਪੰਜਾਬ ਨੂੰ, ਜਿਹੜੇ ਅਸੀਂ ਪੰਜਾਬ ਕੱਚਾ ਵਜਾਉਂਦਾ ਕਿ ਅਸੀਂ ਦੇਸ਼ ਨੂੰ ਇੰਨਾ ਅੰਨ ਉਪਜਾ ਕੇ ਦਿੰਨੇ ਆ ਤੇ ਅਸੀਂ ਇੰਨੀ ਜ਼ਮੀਨ ਆ ਸਾਡੇ ਕੋਲ, ਕਣਕ ਥੱਲੇ ਇੰਨੀ ਝੋਨੇ ਥੱਲੇ ਹੈ, ਇਹਨਾਂ ਰਸਤਿਆਂ ਦੇ ਉੱਤੇ ਪੰਜਾਬ ਆਪਣੀ ਮਰਜ਼ੀ ਨਾਲ ਨਹੀਂ ਪਿਆ। ਪੰਜਾਬ ਨੇ ਆਪਣੀ ਤਰੱਕੀ ਦਾ ਇਹ ਰਸਤਾ ਆਪਣੀ ਮਰਜ਼ੀ ਨਾਲ ਨਹੀਂ ਲੱਭਿਆ, ਉਸ ਨੂੰ ਧੱਕਿਆ ਗਿਆ ਇਹਨਾਂ ਰਸਤਿਆਂ ਦੇ ਉੱਤੇ ਕਿ ਤੁਸੀਂ ਦੇਸ਼ ਦੀ ਗ੍ਰੀਨਰੀ ਬਣੋ।
ਵਰਨਾ ਜੇ ਅਸੀਂ ਫੈਡਰਲ ਲੈਵਲ ਦੇ ਉੱਤੇ ਆਪਣੇ ਤੌਰ ਦੇ ਉੱਤੇ ਆਪਣੀ ਫੈਡਰੇਟਿਡ ਯੂਨਿਟ ਦੇ ਤੌਰ ਦੇ ਉੱਤੇ ਇੰਡੀਪੈਂਡੈਂਟ ਫੈਸਲੇ ਲੈਂਦੇ ਤਾਂ ਖੋਰੇ ਅਸੀਂ ਇੰਡਸਟਰੀਅਲ ਪਾਸੇ ਜਾਂਦੇ। ਆ ਸਰਵਿਸਿਜ਼ ਦਾ ਸਾਰਾ ਰੈਵੋਲੂਸ਼ਨ ਆਇਆ ਪਿਛਲੇ ਦਹਾਕੇ ਡੇਢ ਦਹਾਕੇ ਦੇ ਵਿੱਚ, ਪੰਜਾਬ ਨੂੰ ਇਹਨੇ ਪੂਰੀ ਤਰ੍ਹਾਂ ਨਾਲ ਬਾਈਪਾਸ ਕਰ ਦਿੱਤਾ। ਸਵਾਏ ਚੰਡੀਗੜ੍ਹ ਦੀਆਂ ਬਰੂਹਾਂ ਤੇ ਬਣੀ ਇੱਕ ਰਾਜੀਵ ਗਾਂਧੀ ਟੈਕਨੋਲੋਜੀ ਯੂਨੀਵਰਸਿਟੀ ਤੋਂ ਸਾਡੇ ਬੱਚੇ ਕੀ ਅੱਜ ਪੰਜਾਬ ਦੇ ਸਾਰੇ ਬੱਚੇ ਕੰਮ ਕਰਨ ਲਈ ਬੈਂਗਲੌਰ ਇੱਧਰ ਉੱਧਰ ਗੁਰਗਾਉਂ ਦੇ ਵਿੱਚ ਕਿਰਾਏ ਦੇ ਘਰ ਨਹੀਂ ਭਾਲਦੇ ਫਿਰਦੇ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਕੋਈ ਇਹੋ ਜੀ ਜ਼ਰਖੇਜ਼ ਨਹੀਂ ਸੀਗੀ ਕਿ ਉੱਥੇ ਕੋਈ ਕੰਪਿਊਟਰ ਠੀਕ ਤਰ੍ਹਾਂ ਨਾਲ ਨਹੀਂ ਸੀ ਲੱਗਣਾ, ਕਿ ਕੋਡਿੰਗ ਠੀਕ ਤਰੀਕੇ ਨਾਲ ਨਹੀਂ ਸੀ ਹੋਣੀ, ਕਿ ਕਾਲ ਸੈਂਟਰ ਨਹੀਂ ਸੀ ਬਣਨੇ। ਇਹ ਜ਼ਮੀਨ ਦੇ ਵਿੱਚ ਕੋਈ ਖਾਦ ਦੀ ਕਮੀ ਸੀਗੀ, ਕੋਈ ਪੈਸਟੀਸਾਈਡ ਪਾਣੀ ਸੀ ਇਹਦੇ ਵਿੱਚ। ਇਹ ਫੈਸਲੇ ਸਾਡੇ ਤੇ ਬਹੁਤ ਸਾਰੇ ਫੈਸਲੇ ਥੋਪੇ ਗਏ ਨੇ। ਜੇ ਸਟੇਟਾਂ ਨੇ ਦਰਅਸਲ ਆਪਣੀ ਦਾਸਤਾਨ ਆਪ ਬਿਆਨ ਕਰਨੀ ਹੈ ਤਾਂ ਉਹਨਾਂ ਨੂੰ ਫੈਡਰਲਿਜ਼ਮ ਦੀ ਲੜਾਈ ਨੂੰ ਹੀ ਸੈਂਟਰਲ ਪੋਲੀਟੀਕਲ ਮੁੱਦਾ ਬਣਾਉਣਾ ਪਏਗਾ। ਕਿਉਂ ਵੀ ਕੋਈ ਪੀਡੀਪੀ ਜਾ ਕੇ ਕਸ਼ਮੀਰ ਦੇ ਵਿੱਚ, ਕਿਉਂਕਿ ਤੁਸੀਂ ਆਈਡੀਓਲੋਜੀਕਲੀ ਬੇਰੈਫਟ ਹੋ ਕੇ ਭਾਜਪਾ ਦੇ ਨਾਲ ਕਰਦੇ ਹੋ ਗਠਬੰਧਨ। ਇਹੀ ਕੰਮ ਪੰਜਾਬ ਦੇ ਵਿੱਚ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਮਾਰਨ ਵਾਲੇ ਅਕਾਲੀ ਦਲ ਨੂੰ ਤੇ ਹਮ ਹਿੰਦੂ ਹੈ ਗਰਵ ਸੇ ਕਹੋ ਵਾਲੀ ਭਾਜਪਾ ਦਾ ਆਪਸੀ ਜਿਸ ਵੇਲੇ ਅਲਾਈਅੰਸ ਹੁੰਦਾ ਹੈ, ਤੁਹਾਡੇ ਵਿਚਕਾਰ ਆਈਡੀਓਲੋਜੀਕਲ ਰਿਫਟਸ ਨੇ ਵੱਡੀਆਂ। ਤੁਸੀਂ ਅਲਾਈਅੰਸ ਇਲੈਕਟੋਰਲ ਕਰ ਰਹੇ ਹੋ, ਉਸ ਨੂੰ ਇਲੈਕਟੋਰਲ ਅਲਾਈਅੰਸ ਤੱਕ ਰੱਖੋ ਨਾ। ਜੇ ਤੁਸੀਂ ਬਿਨਾਂ ਸ਼ਰਤ ਸਪੋਰਟ ਦੇ ਸਾਰੇ ਦੇ ਤੁਸੀਂ ਇੱਕ ਦੂਜੇ ਦੇ ਮੋਹ ਵਿੱਚ ਇਹਨੇ ਭਿੱਜ ਜਾਓਗੇ, ਪਤੀ ਪਤਨੀ ਦਾ ਸੰਬੰਧ 9 ਮਾਸ ਦੇ ਰਿਸ਼ਤੇ ਹੋਣਗੇ, ਤਾਂ ਫਿਰ ਉਹ ਤੁਹਾਨੂੰ ਵੀਕ ਕਰੇਗਾ। ਮੇਰਾ ਖਿਆਲ ਹੈ ਉਹ ਵੀਕਨੈਸ ਉਦੋਂ ਹੀ ਦੀਦੀ ਹੁੰਦੀ ਹੈ ਉਹਨਾਂ ਸੈਂਟੈਂਸਾਂ ਦੇ ਵਿੱਚੋਂ ਹੀ। ਹਾਂ ਬਿਲਕੁਲ, ਕਿ ਲੋਕ ਨਹੀਂ ਮੰਨ ਰਹੇ ਇਹ, ਤੁਸੀਂ ਵੀ ਨਹੀਂ ਮੰਨ ਰਹੇ ਤੇ ਤੁਸੀਂ ਦਿਖਾਉਣ ਦੀ ਟਰਾਈ ਕਰ ਰਹੇ ਹੋ ਕਿ ਇਹ ਇੱਕ ਗੱਲ ਕਰ ਰਹੇ ਹੋ। ਇਲੈਕਟੋਰਲ ਅਲਾਈਅੰਸ ਲੱਗੇ ਤੁਸੀਂ ਕਹਿ ਸਕਦੇ ਹੋ ਮਿਨੀਮਮ ਏਜੰਡੇ ਤੇ ਹੈ, ਮਿਨੀਮਮ ਏਜੰਡੇ ਤੇ ਕਰੋ, ਠੀਕ ਹੈ। ਇਲੈਕਟੋਰਲ ਨੀਡਸ ਹੁੰਦੀਆਂ ਨੇ, ਬਹੁਤ ਪੋਲੀਟੀਕਲ ਪਾਰਟੀਆਂ ਨੇ ਕੀਤੀਆਂ ਨੇ ਪੰਜਾਬ ਦੇ ਵਿੱਚ, ਲੈਂਡਲੈਸ ਤੇ ਲੈਂਡ ਓਨਰ ਦੇ ਅਲਾਈਅੰਸ ਹੋਏ ਨੇ। ਮਤਲਬ ਅਕਾਲੀ ਦਲ ਅੰਮ੍ਰਿਤਸਰ ਤੇ ਬੀਐਸਪੀ ਆਪਸ ਵਿੱਚ ਅਲਾਈਅੰਸ ਕਰਦੇ ਫਿਰਦੇ ਸੀਗੇ ਤੇ ਅਸੀਂ ਸੋਚਦੇ ਸੀਗੇ ਵੀ ਇਹ ਕਦੋਂ ਤੋਂ ਇੱਕ ਕਲਾਸ ਦਾ ਲੈਂਡ ਓਨਿੰਗ ਕਲਾਸ ਦਾ ਲੈਂਡਲੈਸ ਕਲਾਸ ਨਾਲ ਅਲਾਈਅੰਸ ਹੋ ਰਿਹਾ, ਪਰ ਉਹ ਇਲੈਕਟੋਰਲ ਨੀਡਸ ਦੇ ਵਿੱਚੋਂ ਹੁੰਦੇ ਨੇ। ਤੇ ਉਹ ਜਿਹੀ ਮਾਈਂਡਸੈਟ ਫਿਰ ਸਾਡੇ ਓਵਰਆਲ ਬਣ ਗਿਆ ਜਿਹੜਾ ਡੈਮੋਕ੍ਰੈਟਿਕ ਸੈਟਅਪ ਦਾ। ਜਦੋਂ ਅਸੀਂ ਫੈਡਰਲਿਜ਼ਮ ਨੂੰ ਕਹਿ ਰਹੇ ਹਾਂ ਕਿ ਚਾਹੇ ਜੀਐਸਟੀ ਦੇ ਰਾਹੀਂ ਐਨਆਈਏ ਯੂਏਪੀਏ ਜੋ ਵੀ ਨੇ ਜਿਨ੍ਹਾਂ ਨੇ ਰਿਡਿਊਸ ਕੀਤਾ ਲਗਾਤਾਰ, ਪਰ ਸਟੇਟਾਂ ਨੇ ਵੀ ਤਾਂ ਹੇਠਾਂ ਕਿਸੇ ਨੂੰ ਨਾ ਐਜੂਕੇਟ ਕੀਤਾ, ਨਾ ਰਾਈਟ ਦਿੱਤੇ ਨੇ, ਨਾ ਉਹ ਚਾਹੇ 74th ਅਮੈਂਡਮੈਂਟ ਲਾਓ, ਚਾਹੇ ਪੰਚਾਇਤੀ ਰਾਜ ਐਕਟ ਨਹੀਂ ਲਾਗੂ ਕੀਤਾ। ਉਹ ਕੋਈ ਸਟੇਟ ਪਾਰਟੀਆਂ ਕੋਈ ਵੱਖਰੀਆਂ ਥੋੜੀ ਨੇ, ਨਹੀਂ ਉਹੀ ਪਾਰਟੀਆਂ ਨੇ। ਇਨ ਆਫਟਰ ਆਲ ਇੰਡੀਆ ਜਿਹੜਾ ਨਵਾਂ ਬਣਾਇਆ ਇੰਡੀਆ ਅਲਾਈਅੰਸ, ਇਹਨਾਂ ਨੇ ਸੈਂਟਰ 'ਚ ਰਾਜ ਕਰਨਾ ਨਾ। ਇਹ ਕਹਿੰਦੇ ਨੇ ਸੈਂਟਰ ਨਾਲ ਲੜਾਈ ਲੜਾਂਗੇ ਅਸੀਂ ਇਸ ਵਾਰੀ ਫੈਡਰਲਿਜ਼ਮ ਦੀ। ਇਹ ਨਹੀਂ ਕਹਿੰਦੇ ਕਿ ਅਸੀਂ ਆਪ ਫੈਡਰਲ ਹੋ ਕੇ ਦਿਖਾਵਾਂਗੇ। ਆ ਰਾਜਸਥਾਨ ਸਰਕਾਰ ਨੇ ਹੁਣ ਮਿਨੀਮਮ ਗਾਰੰਟੀ ਇਨਕਮ ਸਕੀਮ ਲਿਆਂਦੀ ਹੈ, ਉਹਨਾਂ ਦੀ ਕੰਸਲਟੇਸ਼ਨ ਪ੍ਰੋਸੈਸ ਕੀ ਰਿਹਾ? ਮੈਨੂੰ ਤੇ ਪੀਪਲਸ ਮੂਵਮੈਂਟਸ ਦੇ ਨਾਲ ਵੀ ਉਹ ਕੰਸਲਟੇਸ਼ਨ ਪ੍ਰੋਸੈਸ ਨਹੀਂ ਦੱਸਿਆ। ਤੁਸੀਂ ਉਸ ਨੂੰ ਇੱਕ ਇਲੈਕਸ਼ਨ ਵਿਨਿੰਗ ਸਟ੍ਰੈਟਜੀ ਦੇ ਤੌਰ ਦੇ ਉੱਤੇ ਸਕੀਮ ਲਿਆ ਰਹੇ ਹੋ, ਸਕੀਮ ਚੰਗੀ ਹੈ, ਪਰ ਜੇ ਤੁਸੀਂ ਉਹਦੇ 'ਚ ਲੋਕਾਂ ਦੀ ਸ਼ਮੂਲੀਅਤ ਉਸ ਹਿਸਾਬ ਨਾਲ ਕੀਤੀ ਹੁੰਦੀ ਤਾਂ ਉਹ ਗਰਾਊਂਡ ਲੈਵਲ ਤੱਕ ਫੈਡਰਲਿਜ਼ਮ ਦੀ ਭਾਵਨਾ ਨੂੰ ਪਰਮੀਏਟ ਕਰਦੀ, ਉਹ ਥੱਲੜੇ ਜ਼ਮੀਨ ਲੈਵਲ ਤੱਕ ਜਾਂਦੀ। ਫਿਰ ਲੋਕ ਉੱਥੇ ਹੋਰ ਤਰੀਕੇ ਦਾ ਸਵਾਲ ਪੁੱਛਦੇ ਕਿ ਇਹ ਕੰਮ ਜਿਹੜਾ ਤੁਸੀਂ ਇੱਥੇ ਕਰ ਲਿਆ, ਮੈਂ ਮਨਰੇਗਾ ਦੇ ਜੌਬ ਕਾਰਡ ਕਿਸ ਨੂੰ ਦੇਣੇ ਨੇ ਕਿਸ ਨੂੰ ਨਹੀਂ, ਇਹਦੇ ਫੈਸਲੇ ਜਿਹੜਾ ਸਾਡੇ ਪਿੰਡ ਲੈਵਲ ਤੇ ਹੋ ਜਾਇਆ ਕਰਨ, ਸਾਡੀ ਗ੍ਰਾਮ ਸਭਾ ਵਿੱਚ ਹੋ ਜਾਇਆ ਕਰਨ। ਸਾਡੀਆਂ ਜਿਹੜੀਆਂ ਆ ਗ੍ਰਾਮ ਸਭਾ ਦੀਆਂ ਮੈਂਡੇਟਰੀ 2 ਮੀਟਿੰਗਾਂ ਨੇ ਸਾਲ ਦੇ ਵਿੱਚ, ਇਹ ਕਿਉਂ ਨਹੀਂ ਹੋ ਰਹੀਆਂ? ਇਹ ਜਦੋਂ ਸਵਾਲ ਉੱਪਰ ਤੱਕ ਆਣਗੇ, ਇਹ ਸਰਕਾਰ ਨੂੰ ਵੀ ਫੈਡਰਲ ਦਾ ਪਾਠ ਪੜਾ ਦੇਣਗੇ। ਜਾਂ ਜ਼ਿਲ੍ਹਿਆਂ ਦੀ ਬਿਊਰੋਕ੍ਰੇਸੀ ਤੇ ਮੁਲਾਜ਼ਮ, ਜ਼ਿਲ੍ਹੇ ਦੇ ਇਲੈਕਟਡ ਨੁਮਾਇੰਦਿਆਂ ਦੇ ਅਰਬਨ ਐਡਮਿਨਿਸਟ੍ਰੇਸ਼ਨ ਦਾ ਹਾਲ ਦੇਖ ਲਓ, ਅੱਜ ਸਾਰੇ ਡੁੱਬੇ ਪਏ ਨੇ। ਤੇ ਕੌਣ ਫੈਸਲੇ ਕਰਦਾ ਹੈ? ਇੱਕ ਚੰਡੀਗੜ੍ਹ 'ਚ ਬੈਠ ਕੇ ਬਾਬੂ ਫੈਸਲੇ ਕਰਦਾ ਹੈ ਵੀ ਉਧਰ ਕਿਸ਼ਤੀਆਂ ਭੇਜੀਏ ਕਿ ਨਾ, ਇਧਰ ਦੇਈਏ ਕੋਈ ਸਮਾਨ ਕਿ ਨਾ। ਬਾਬਾ ਸੀਚੇਵਾਲ ਉੱਤੇ ਚਿੱਠੀਆਂ ਲਿਖ ਰਹੇ ਨੇ ਕਿ ਮੈਨੂੰ 2000 ਲੀਟਰ ਡੀਜ਼ਲ ਦੇ ਦਿੱਤਾ ਜਾਵੇ। ਉਹ ਕਿਉਂ ਲਿਖਣੀਆਂ ਪੈਂਦੀਆਂ ਨੇ? ਵੈਸੇ ਤਾਂ ਮੈਨੂੰ ਲੱਗਦਾ ਜਿੰਨਾ ਕੁ ਹੜ ਆ ਗਿਆ ਸੀ, ਜੇ ਪੰਜਾਬ ਦੇ ਵਿੱਚ ਇੱਕ ਹਿਸਟੋਰੀਕਲ ਇਹ ਪਰਸਪੈਕਟ ਬਣਾ ਹੁੰਦਾ ਕਿ ਲੋਕ ਉਡੀਕਦੇ ਹੀ ਨਹੀਂ ਆ, ਉਹ ਆਪ ਮੁਹਾਰੇ ਲੱਗ ਜਾਂਦੇ ਨੇ। ਉਹ ਤਾਂ ਆਪਣੀ ਮਦਦ ਆਪ ਤਹਿਤ ਹੀ ਸਾਰਾ ਕੰਮ ਹੋ ਰਿਹਾ ਹੈ ਕਰਨ ਲਈ, ਜਿਹਦੇ ਕਰਕੇ ਹੋ ਜਾਂਦਾ ਹੈ। ਸਰਕਾਰ ਤਾਂ ਚਾਹੇ ਆਪਦੀਆਂ ਥਾਪੀਆਂ ਮਾਰੇ, ਜੋ ਮਰਜ਼ੀ ਕਰੇ, ਪਰ ਅਮਿਤ ਜੀ ਅਸੀਂ ਥੋੜਾ ਜਿਹਾ ਰਿਗਰੈਸ ਵੀ ਕੀਤੇ ਆ ਨਾ। ਆਈ ਥਿੰਕ ਜਿਸ ਵੇਲੇ ਸੰਵਿਧਾਨ ਬਣ ਰਿਹਾ ਸੀ, ਜਿਸ ਵੇਲੇ ਨਾਰਥ ਈਸਟਰਨ ਸਟੇਟਾਂ ਦਾ ਸਵਾਲ ਆਇਆ ਸੀ, ਇਵਨ ਉਸ ਵੇਲੇ ਤਾਂ ਇਹ ਭਾਵਨਾ ਸਟਰੋਂਗ ਸੀ ਕਿ ਫੈਡਰਲਿਜ਼ਮ ਦੀਆਂ ਚੀਜ਼ਾਂ ਨੂੰ ਅੰਡਰਲਾਈਨ ਕੀਤਾ ਜਾ ਰਿਹਾ ਸੀ। ਕੱਲੀ 370 ਤਾਂ ਆ ਗਈ J&K ਲਈ, ਬਾਕੀਆਂ ਦੀ ਵੀ ਨਾ, ਨਾਗਾਲੈਂਡ ਦੀ 301 ਆਉਂਦੀ ਹੈ ਨਾ। ਈਵਨ ਮਰਾਠਵਾੜਾ ਲਈ ਸਪੈਸ਼ਲ ਇੱਕ ਧਾਰਾ ਵਿੱਚ ਪਾਈ ਜਾਂਦੀ ਹੈ ਤਾਂ ਕਿ ਮਹਾਰਾਸ਼ਟਰ ਆਪਣਾ ਉਹਨੂੰ ਡਿਵੈਲਪ ਕਰ ਸਕੇ। ਸੌਰਾਸ਼ਟਰ ਲਈ ਇੱਕ ਧਾਰਾ ਪਾਏਗੀ ਕਿ ਉਹ ਆਪਣਾ ਡਿਵੈਲਪ ਕਰ ਸਕਣ। DMK ਲੜਦੀ, ਬੁੰਦੇਲਖੰਡ ਲਈ ਹੈ, DMK ਲਗਾਤਾਰ ਲੜੀ ਹੈ ਕਾਫੀ। ਇੱਕ ਜਦੋਂ ਇਹ ਦੌਰ ਆਇਆ ਸੀ ਯੂਨਾਈਟਿਡ ਫਰੰਟ ਗਵਰਨਮੈਂਟ ਟਾਈਪ ਦਾ, ਹੈ ਨਾ, ਉਦੋਂ ਲੋਕਾਂ ਨੂੰ ਲੱਗਿਆ ਸੀ ਕਿ ਰੀਜਨਲ ਪਾਰਟੀਆਂ ਬਹੁਤ ਸਟਰੋਂਗ ਹੋ ਰਹੀਆਂ ਨੇ, ਕਿਉਂਕਿ ਉਹਨਾਂ ਦੇ ਐਮਪੀ ਵੀ ਵੱਧ ਰਹੇ ਨੇ। ਇੱਕ ਸਿੰਗਲ ਪਾਰਟੀ ਦਾ ਕਿਸੇ ਦਾ ਰੂਲ ਨਹੀਂ ਸੀ, ਪਾਰਟੀ ਲੂਜ ਹੋ ਗਈ। ਕਾਂਗਰਸ ਸੀ, ਕਾਂਗਰਸ ਵੀ ਮੈਜੋਰਟੀ ਤੋਂ ਹੇਠਾਂ ਸੀ, ਬੀਜੇਪੀ ਜੇ ਉੱਥੇ ਗਈ ਨਹੀਂ ਸੀ। ਤਾਂ ਇੱਕ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਹੁਣ ਇਹ ਫੈਡਰਲ ਸਟਰਕਚਰ ਬਣੂਗਾ। ਉਹਦਾ ਇੱਕ ਰੀਜ਼ਨ ਇਹ ਸੀਗਾ ਕਿਉਂਕਿ ਪੋਸਟ ਮੰਡਲ ਦੇ ਵਿੱਚ ਇੱਕ ਨਵੀਂ ਕਲਾਸ ਡਿਸਕਵਰ ਹੋਈ ਸੀ, ਜਿਹੜੀ OBC ਕਲਾਸ ਜਿਹੜੀ ਡਿਸਕਵਰ ਹੋਈ,
ਜਿਸ ਨੇ ਦੇਸ਼ ਦੀ ਸਾਰੀ ਪੋਲਿਟਿਕਸ ਬਦਲ ਕੇ ਰੱਖ ਦਿੱਤੀ ਪੋਸਟ ਮੰਡਲ। ਆਈ ਥਿੰਕ ਹੁਣ ਉਸੇ ਕਿਸਮ ਦੀ ਜਾਂ ਤੇ ਕੋਈ ਡਿਸਕਵਰੀ ਵੱਡੇ ਲੈਵਲ ਤੇ ਆਏਗੀ। ਮੈਂ ਮੀਡੀਆ ਵਿੱਚ ਬਹੁਤਾ ਜ਼ਿਕਰ ਨਹੀਂ ਸੁਣਿਆ, ਪਰ ਜਿਹੜਾ ਰੈਜ਼ੋਲੂਸ਼ਨ ਇਸ ਇੰਡੀਆ ਨੇ ਪਾਸ ਕੀਤਾ ਉਹਦੇ 'ਚ ਇੱਕ ਬੜੀ ਇੰਪੋਰਟੈਂਟ ਲਾਈਨ ਲਿਖੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਦਾ ਇਹ ਪੂਰਾ ਇੱਕ ਸੋਸ਼ੀਓ ਕਲਚਰਲ ਇਕਨੋਮਿਕ ਆਲਟਰਨੇਟਿਵ ਪੇਸ਼ ਕਰਾਂਗੇ, ਜਿਹੜਾ ਸਭ ਤੋਂ ਪਹਿਲਾਂ ਸਟਾਰਟ ਹੋਏਗਾ ਕਾਸਟ ਸੈਂਸਸ ਤੋਂ। ਜੇ ਅੱਜ ਇਸ ਦੇਸ਼ ਦੇ ਵਿੱਚ ਕਾਸਟ ਸੈਂਸਸ ਹੋ ਜਾਵੇ ਤਾਂ ਉਹਦੇ ਜਿਹੜੇ ਨਤੀਜੇ ਨੇ ਉਹ ਦੇਸ਼ ਦੀ ਸਾਰੀ ਸਿਆਸਤ ਬਦਲ ਕੇ ਰੱਖ ਦੇਣਗੇ। ਅਸੀਂ ਪਿਛਲੀ ਵਾਰੀ ਕਾਸਟ ਗਿਣੀ ਹੈ, ਇਹ ਜਿਹੜਾ SECC ਕੀਤਾ ਹੈ ਤੇ ਸਰਕਾਰ ਨੇ ਡਾਟਾ ਦੇਖ ਕੇ ਕਿਹਾ ਕਿ ਮਾਮਲਾ ਖਤਰਨਾਕ ਹੈ। ਉਹਨਾਂ ਨੇ ਕਿਹਾ ਹਮੇਸ਼ਾ ਲਈ ਦੱਬ ਦਿਓ। ਪਾਰਲੀਮੈਂਟ 'ਚ ਉਹਨਾਂ ਨੇ ਬਿਆਨ ਦਿੱਤਾ ਕਿ ਡਾਟਾ ਆ ਗਿਆ ਤੇ ਤੁਹਾਨੂੰ ਬਿਲਕੁਲ ਨਹੀਂ ਦੱਸਾਂਗੇ। ਤੁਸੀਂ ਇਹ ਦੇਖੋ ਨਾ, ਸਾਡੇ ਸਾਹਮਣੇ ਕੀ ਹੋ ਰਿਹਾ ਹੈ। ਬਿਹਾਰ ਵਾਲੇ ਆਪਣੇ ਖਾਸ ਹਾਲਾਤ ਮੁਤਾਬਕ ਲੜਦੇ ਵੀ ਰਹੇ ਕਿ ਕਾਸਟ ਸੈਂਸਸ। ਨੀਤੀਸ਼ ਕੁਮਾਰ ਸਭ ਤੋਂ ਜ਼ਿਆਦਾ ਡਿਮਾਂਡ ਕਰ ਰਿਹਾ, ਲੱਗ ਵੀ ਰਿਹਾ, ਔਰ ਉੱਥੋਂ ਦੀ ਭਾਜਪਾ ਵੀ ਡਿਮਾਂਡ ਕਰਦੀ ਹੈ, ਪਰ ਉਹ ਬਿਹਾਰ ਦੀ ਭਾਜਪਾ ਡਿਮਾਂਡ ਕਰਦੀ ਹੈ, ਸੈਂਟਰ ਦੀ ਭਾਜਪਾ ਉਸ ਨੂੰ ਦਬਾਉਂਦੀ ਹੈ ਕਿ ਤੁਸੀਂ ਇੱਥੇ ਨਾ ਬੋਲੋ। ਸੋ ਇਹ ਫੈਡਰਲਿਜ਼ਮ ਦੇ ਮੁੱਦੇ ਬਹੁਤ ਵੱਡੇ ਤਰੀਕੇ ਨਾਲ ਆਣਗੇ ਜੇ ਕਾਸਟ ਸੈਂਸਸ ਹੁੰਦਾ, ਕਿਉਂਕਿ ਇੱਕ ਨਵੀਂ ਥੱਲੋਂ ਪਸਮਾਨਦਾ ਕਲਾਸ ਉੱਪਰ ਆਏਗੀ। ਤੇ ਦੂਜੀ ਗੱਲ ਇਹਦੇ ਚ ਇੱਕ ਓਵਰਆਲ ਡੈਮੋਕ੍ਰੈਟਿਕ ਮਾਈਂਡਸੈਟ ਦਾ, ਐਟੀਟਿਊਡ ਦਾ, ਵਿਵਹਾਰ ਦਾ ਗੱਲ। ਬਿਲਕੁਲ। ਸਪੋਜ਼ ਕਰੋ ਪਹਿਲਾਂ ਤਾਂ ਸੈਸ਼ਨ ਹੀ ਬਹੁਤ ਛੋਟੇ ਹੋਣ ਲੱਗੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ, ਫਿਰ ਜਿਹੜੇ ਹੁੰਦੇ ਨੇ ਤੇ ਉੱਥੇ ਜਿਹੜਾ ਐਟੀਟਿਊਡ ਡੋਮੀਨੇਟ ਧਿਰਦਾ ਹੈ, ਜਿਹੜੀ ਚੀਜ਼ ਸੱਤਾਧਾਰੀ ਹੈ, ਉਹ ਕਹਿੰਦੇ ਨੇ ਆਪੋਜੀਸ਼ਨ ਤਾਂ ਐਵੇਂ ਹੀ ਹੈ, ਇਹਦੀ ਗੱਲ ਸੁਣਨੀ ਹੋਣੀ ਆਪਾਂ, ਹਨਾ, ਜਾਂ ਕੋਈ ਡਿਬੇਟ ਭਾਵੇਂ ਸਾਰੀ ਇਕੱਠੀ ਇੱਕੋ ਹੀ ਡਿਮਾਂਡ ਕਰ ਰਹੀ ਹੋ, ਚਾਹੇ ਇੱਕੋ ਹੀ ਡਿਮਾਂਡ ਕਰ ਰਹੀ। ਜਿਵੇਂ ਹੁਣ ਮਨੀਪੁਰ ਦਾ ਮਾਮਲਾ ਆ ਗਿਆ, ਇਸ ਤੋਂ ਪਹਿਲਾਂ ਵੀ ਕਿੰਨੇ ਮਾਮਲੇ ਆਉਂਦੇ ਰਹੇ ਵੱਖ-ਵੱਖ ਮਾਮਲਿਆਂ ਦੇ ਵਿੱਚ। ਉਹ ਕੀ ਡਿਮਾਂਡ ਕਰਦੇ ਨੇ? ਇੱਕ ਡਿਮਾਂਡ ਤਾਂ ਇਹੀ ਕਰਦੇ ਨੇ ਕਿ ਪ੍ਰਾਈਮ ਮਿਨਿਸਟਰ ਇੱਕ ਬਿਆਨ ਪਾਰਲੀਮੈਂਟ ਦੇ ਵਿੱਚ ਦੇਣ। ਤੇ ਜਦੋਂ ਵੀ ਪਾਰਲੀਮੈਂਟ ਚੱਲ ਰਹੀ ਹੁੰਦੀ ਹੈ, ਜਿਹੜਾ ਲੋਕ ਸਭਾ ਦਾ ਦਰਜਾ ਜਾਂ ਰਾਜ ਸਭਾ ਦਾ ਐਡਾ ਵੱਡਾ ਹੈ ਕਿ ਕੋਈ ਵੀ ਐਗਜ਼ੈਕਟਿਵ ਹੈਡ ਚ ਹੈ, ਉਹ ਉੱਥੇ ਜਾ ਕੇ ਉਹਦੀ ਬਿੱਲ ਮੁਤਾਬਕ ਗੱਲ ਕਰਨੀ ਪਊਗੀ। ਬਿਲਕੁਲ ਜਵਾਬਦੇਹੀ ਜੇ ਡੈਮੋਕ੍ਰੇਸੀ ਦੀ ਕਿਸੇ ਨੂੰ ਸਮਨ ਕਰ ਸਕਦੀ ਹੈ ਪਾਰਲੀਮੈਂਟ। ਤੇ ਤੁਸੀਂ ਉਹਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਨਹੀਂ ਦੇਣਾ, ਬਾਹਰ ਬਿਆਨ ਦੇਤਾ ਇੱਕ ਦਿਨ ਪਹਿਲਾਂ ਜਦੋਂ ਸਾਰਾ CJI ਨੇ ਇਹ ਕੀਤਾ, ਬਾਕੀ ਦੀਆਂ ਚੀਜ਼ਾਂ ਨੇ। ਦੂਜੀ ਗੱਲ ਉਹ ਇਹ ਕਹਿ ਰਹੇ ਨੇ ਕਿ ਸਾਰੇ ਉਹਨਾਂ ਨੇ ਐਡਜੋਰਨਮੈਂਟ ਮੋਸ਼ਨ ਦਿੱਤੇ ਨੇ ਦੋਨਾਂ ਦੇ ਵਿੱਚ ਕਿ ਇਹ ਕੰਮ ਰੋਕ ਕੇ, ਮਨੀਪੁਰ ਇੱਕ ਬੜਾ ਵੱਡਾ ਇਸ਼ੂ ਹੈ, ਉਹਦੇ ਤੇ ਚਰਚਾ ਕਰਾ ਲਓ। ਤੇ ਉਹਦੇ ਤੇ ਉਹ ਕਹਿ ਰਹੇ ਨੇ ਜੀ ਨਹੀਂ, ਇਹ ਤਾਂ ਡਿਸਟਰਬ ਕਰ ਰਹੇ ਨੇ ਹਾਊਸ, ਇਹ ਕੰਮ ਨਹੀਂ ਚੱਲਣ ਦਿੰਦੇ, ਐਡਜੋਰਨ ਹੋ ਰਿਹਾ ਰੋਜ਼, ਅਜੇ ਗੱਲ ਨਹੀਂ ਚੱਲ ਰਹੀ। ਤੇ ਇੰਨਾ ਵੀ ਜ਼ਿਆਦਾ ਫਿਰ ਹੌਲੀ ਹੌਲੀ ਲੋਕਾਂ ਨੂੰ ਇਹ ਹੋ ਜਾਏਗਾ ਕਿ ਪਾਰਲੀਮੈਂਟ ਚੁਣੇ ਜਾਣ ਦਾ, ਵਿਰੋਧੀਆਂ ਦੇ ਵੱਖ-ਵੱਖ MP ਦਾ, ਫਿਰ ਤਾਂ ਇਹੋ ਜਿਹੀ ਤੁਸੀਂ ਨੋਮੀਨੇਟ ਕਰ ਲਿਆ ਕਰੋ ਜਿਹੜਾ ਪ੍ਰਾਈਮ ਮਿਨਿਸਟਰ ਬਣ ਗਿਆ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਟਾਈਪ ਦੀ, ਉਹੀ ਜੇ ਗੱਲ ਨਹੀਂ ਸੁਣਨੀ, ਉਧਰ ਨੂੰ ਜਾ ਰਹੀ ਹੈ ਗੱਲ। ਤੇ ਕਿੱਥੇ ਜਾ ਕੇ ਰੁਕੂਗਾ ਕਿ ਉਸ ਪੱਧਰ ਦੀ ਐਜੀਟੇਸ਼ਨ ਵੀ ਕੋਈ ਨਜ਼ਰ ਨਹੀਂ ਆ ਰਹੀ ਕਿ ਉੱਥੇ ਬੈਠ ਕੇ ਹੋਣ। ਅਜੀ ਉਹਦਾ ਇੱਕ ਰੀਜ਼ਨ ਇਹ ਹੈ ਕਿ ਇੱਕ ਲੰਬੇ ਸਮੇਂ ਤੋਂ ਜਿਹੜੀ ਸਾਡੀ ਪਾਰਲੀਮੈਂਟ ਹੈ, ਆ ਤੁਸੀਂ ਹਾਊਸਿੰਗ ਸੁਸਾਇਟੀਜ਼ ਦੇਖੀਆਂ ਨੇ ਸਾਡੇ ਵੱਖ-ਵੱਖ ਸ਼ਹਿਰਾਂ 'ਚ, ਇੱਧਰ ਵੀ ਗੇਟ ਹੈ ਤੇ ਉਧਰ ਵੀ ਗੇਟ ਹੈ, ਬਾਕੀ ਸ਼ਹਿਰ ਮਰੇ ਉਹਦੇ ਨਾਲ ਜੋ ਮਰਜ਼ੀ ਹੋਵੇ, ਅਸੀਂ ਆਪਣਾ ਇੱਕ ਸੁੱਖ ਸਾਂਦ ਵਾਲਾ ਸੰਸਾਰ ਖੜਾ ਕਰ ਲਿਆ। ਇਹ ਸਾਡੀ ਦੁਨੀਆ, ਅਸੀਂ ਇਸ ਸ਼ਹਿਰ ਵਿੱਚ ਰਹਿੰਦੇ ਹਾਂ, ਬੰਦੇ ਹਾਊਸਿੰਗ ਸੁਸਾਇਟੀ ਵਿੱਚ ਰਹਿੰਦੇ ਨੇ, ਇਹਨਾਂ ਨੂੰ ਕਹਿੰਦੇ ਨੇ ਗੇਟਿਡ ਕਮਿਊਨਿਟੀਜ਼। ਤੁਸੀਂ ਵੱਡੀ ਕਮਿਊਨਿਟੀ ਦੇ ਵਿੱਚ ਇੱਕ ਆਪਣੀ ਕਮਿਊਨਿਟੀ ਦਾ ਟਾਪੂ ਬਣਾ ਲਿਆ। ਸਾਡੀ ਪਾਰਲੀਮੈਂਟ ਇਸ ਵੇਲੇ ਇਸ ਦੇਸ਼ ਦੇ ਵਿੱਚ ਇੱਕ ਗੇਟਿਡ ਕਮਿਊਨਿਟੀ ਵਾਂਗ ਹੈ, ਇਹਦੇ ਅੰਦਰ ਕਿਸੇ ਕਿਸਮ ਦਾ ਦੇਸ਼ ਦੇ ਨਾਲ ਜੁੜਾਵ ਨਹੀਂ ਹੈ। ਉਹ ਜੁੜਾਵ ਤਾਂ ਹੋਣਾ ਸੀ ਜਿਸ ਵੇਲੇ ਆਪੋਜੀਸ਼ਨ ਡਿਮਾਂਡ ਕਰ ਰਹੀ ਹੈ, ਤਾਂ ਤੁਸੀਂ ਸੁਣੋ 543 ਦਾ ਹਾਊਸ ਦੇ ਵਿੱਚ, ਇਹਦਾ ਮਤਲਬ ਜਿਸ ਦੇ ਕੋਲ 273 ਮੈਂਬਰ ਹੋਣ ਉਹ ਰਾਜਾ ਹੋ ਗਿਆ, ਤੇ ਜੇ ਤੁਹਾਡੇ ਕੋਲ 270 ਨੇ ਤਾਂ ਤੁਹਾਡੀ ਕੋਈ ਗੱਲ ਨਹੀਂ ਸੁਣੀ ਜਾਵੇਗੀ। ਕੈਸਾ ਦੇਸ਼ ਹੈ ਜਿੱਥੇ ਸਾਰੀ ਆਪੋਜੀਸ਼ਨ ਇਕੱਠੇ ਹੋ ਕੇ ਇੰਨੀ ਛੋਟੀ ਡਿਮਾਂਡ ਕਰ ਰਹੀ ਹੈ ਕਿ ਮਣੀਪੁਰ ਉੱਤੇ ਪ੍ਰਧਾਨ ਮੰਤਰੀ ਇੱਕ ਬਿਆਨ ਦੇ ਦੇਣ। ਮੈਂ ਵੈਸੇ ਜ਼ਿਕਰ ਸੁਣਿਆ ਅਖਬਾਰਾਂ ਵਿੱਚ ਤੇ TV ਦੇ ਉੱਤੇ ਕਿ ਪ੍ਰਧਾਨ ਮੰਤਰੀ ਨੇ ਮਣੀਪੁਰ ਉੱਤੇ ਆਪਣੀ ਚੁੱਪੀ ਤੋੜੀ ਹੈ। ਮੈਂ ਅੱਜ ਇੱਥੇ ਬੈਠ ਕੇ ਸਪਸ਼ਟ ਕਰ ਦੇਣਾ ਚਾਹਨਾ ਕਿ ਪ੍ਰਧਾਨ ਮੰਤਰੀ ਨੇ ਆਪਣੀ ਚੁੱਪੀ ਨੂੰ ਨਾ ਤੋੜਨ ਦਾ ਉਸ ਸਟੇਟਮੈਂਟ ਦੇ ਵਿੱਚ ਐਲਾਨ ਕੀਤਾ। ਉਹਨਾਂ ਨੇ ਸਿਰਫ ਮਣੀਪੁਰ ਦੀਆਂ 2 ਮਹਿਲਾਵਾਂ ਦੇ ਨਾਲ ਆਏ ਬਾਹਰ ਵੀਡੀਓ ਬਾਰੇ ਆਪਣੀ ਪੀੜਾ ਦਾ ਜ਼ਿਕਰ ਕੀਤਾ, ਜਿਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਕਾਰਾ ਭਾਵੇਂ ਰਾਜਸਥਾਨ ਦੇ ਵਿੱਚ ਜਾਂ ਛੱਤੀਸਗੜ੍ਹ ਦੇ ਵਿੱਚ ਜਾਂ ਕਿਤੇ ਵੀ ਦੇਸ਼ ਵਿੱਚ ਹੋ ਰਿਹਾ ਹੋਵੇ, ਮੇਰੇ ਮਨ ਦੇ ਵਿੱਚ ਉਹ ਪੀੜਾ। ਇੱਕ ਤਾਂ ਉਹ ਇਕੁਏਟ ਕਰ ਰਹੇ ਸਨ ਇਹਨਾਂ ਨੂੰ, ਤੇ ਝੱਟ BJP ਦੇ ਬਾਕੀ ਲੋਕਾਂ ਨੇ ਉਹੀ ਬੋਲਣੀ ਸ਼ੁਰੂ ਕਰਤੀ ਕਿ ਤੁਸੀਂ ਮਣੀਪੁਰ ਦੀ ਗੱਲ ਕਰਨੀ ਹੈ ਤਾਂ ਰਾਜਸਥਾਨ ਦੀ ਵੀ ਕਰੋ, ਛੱਤੀਸਗੜ੍ਹ ਦੀ ਵੀ ਕਰੋ। ਦੂਸਰਾ, ਉਹਨਾਂ ਨੇ ਮਣੀਪੁਰ ਦੇ ਵਿੱਚ ਲਗਾਤਾਰ ਚੱਲ ਰਹੀ ਪੋਲੀਟੀਕਲ ਸਮੱਸਿਆ ਬਾਰੇ, ਇੱਕ ਲੰਬੇ ਸਮੇਂ ਤੋਂ ਜਿਹੜੀ ਉੱਥੇ ਇੰਨੀ ਇੰਟ੍ਰੀਕੇਟ ਕੁਕੀ ਵਰਸਸ ਮਿਤਈ ਹੀ ਨਹੀਂ, ਮਣੀਪੁਰ ਦੀ ਸਮੱਸਿਆ ਇਸ ਤੋਂ ਬਹੁਤ ਜ਼ਿਆਦਾ ਕੰਪਲੈਕਸ ਹੈ, ਉਹਦੇ ਬਾਰੇ ਚੁੱਪੀ ਤੋੜੀ ਹੋਈ ਹੈ। ਅਫਸੋਸ ਇਸ ਗੱਲ ਦਾ, ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਬਣੀ, ਚਾਹੇ ਰੋਮ ਸਰਵਿਲਾ ਦੀ ਸਟਰਗਲ ਹੈ, ਤੇ ਜਦੋਂ ਉਹ ਤਹਿਲਕਾ ਚ ਇੱਕ ਫੋਟੋ ਉਦੋਂ ਛਪੀ ਸੀ ਕਿ ਅਸਾਮ ਰਾਈਫਲ ਸੀ ਜੀ, ਬਿਲਕੁਲ ਅਸਾਮ ਰਾਈਫਲਸ ਦੀ ਮਨੋਰਮਾ ਮਦਰਸ ਜਿਹੜੀਆਂ ਜ਼ਿਕਰ ਕਰ ਰਹੇ ਹੋ, ਉਹ ਸ਼ਰਮੀ ਸਾਡੇ ਨਾਲ ਨਹੀਂ ਚੱਲੀ। ਸਾਡੀਆਂ 12 ਮਹਿਲਾਵਾਂ ਨੇ ਨਿਰਵਸਤਰ ਹੋ ਕੇ ਹੱਥਾਂ ਵਿੱਚ ਬੈਨਰ ਫੜ ਕੇ ਇੰਡੀਅਨ ਆਰਮੀ ਰੇਪ ਅਸ, ਹਿੰਦੁਸਤਾਨ ਦੀ ਫੌਜ ਆਓ ਤਾਂ ਸਾਨੂੰ ਰੇਪ ਕਰੋ, ਉਹਨਾਂ ਬਜ਼ੁਰਗ ਮਹਿਲਾਵਾਂ ਨੇ ਉਹ ਪ੍ਰਦਰਸ਼ਨ ਕੀਤਾ ਸੀ। ਉਹ 2016 ਦਾ ਉਹ ਪ੍ਰਦਰਸ਼ਨ।
ਤੇ ਆਰਐਮ ਸ਼ਰਮੀਲਾ ਦੀ 16 ਸਾਲ ਲੰਬੀ ਹੰਗਰ ਸਟ੍ਰਾਈਕ ਤੋਂ ਬਾਅਦ ਜਿਸ ਵੇਲੇ ਉਹ ਚੁਣਾਵੀ ਪਿੜ ਵਿੱਚ ਜਾਂਦੀ ਹੈ ਤੇ ਇਲੈਕਸ਼ਨ ਲੜਦੀ ਹੈ, ਉਸ ਨੂੰ ਟੋਟਲ 90 ਵੋਟਾਂ ਪਈਆਂ ਸੀ। ਪੀਪਲਜ਼ ਮੂਵਮੈਂਟ ਦਾ ਇਲੈਕਟੋਰਲ ਡੈਮੋਕ੍ਰੇਸੀ ਤੋਂ ਇਹ ਜਿਹੜਾ ਡਿਸਟੈਂਸ ਹੈ, ਜਿਹੜਾ ਫਾਸਲਾ, ਇਹ ਸਾਨੂੰ ਸ਼ਰਮਸਾਰ ਕਰਦਾ ਹੈ। ਸਰਕਾਰਾਂ ਦਾ ਤੇ ਦੇਸ਼ ਦੇ ਨੇਤਾਵਾਂ ਦਾ ਜਿਹੜਾ ਲੋਕਾਂ ਤੋਂ ਟੁੱਟਿਆ ਹੋਇਆ ਪਨ ਹੈ, ਜਿਹੜਾ ਉਹਨਾਂ ਦੀ ਡਿਸਕਨੈਕਟ ਹੈ, ਇਹ ਸਾਨੂੰ ਸ਼ਰਮਸਾਰ ਕਰਦਾ ਹੈ। ਤੇ ਜੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਆ ਕੇ ਮਣੀਪੁਰ ਦੇ ਬਾਰੇ ਆਪਣੇ ਤੌਰ ਦੇ ਉੱਤੇ ਬਿਨਾਂ ਆਪੋਜੀਸ਼ਨ ਦੇ ਕਹੇ ਇੱਕ ਸਟੇਟਮੈਂਟ ਦੇਣ ਤੋਂ ਇਨਕਾਰੀ ਹੈ, ਤਾਂ ਇਹ ਸਾਨੂੰ ਸਾਡੇ ਹਰਮਨ ਪਿਆਰੇ ਨੇਤਾਵਾਂ ਬਾਰੇ ਬਹੁਤ ਕੁਝ ਦੱਸਦਾ ਹੈ। ਪਾਰਲੀਮੈਂਟ ਦੀ ਆਪਣੀ ਫੰਕਸ਼ਨਿੰਗ ਬਾਰੇ, ਸਾਡੀਆਂ ਲੈਜਿਸਲੇਚਰਸ ਦੀ ਆਪਣੀ ਫੰਕਸ਼ਨਿੰਗ ਦੇ ਬਾਰੇ ਵੀ ਬਹੁਤ ਕੁਝ ਕਹਿੰਦਾ ਹੈ। ਇਹ ਦੇਸ਼ ਸਿਰਫ 92 ਐਮਐਲਏ ਜਿਤਾ ਦੇਣ ਦਾ ਜਾਂ ਗਵਰਨੈਂਸ ਚੰਗੀ ਕਰ ਦੇਣ ਦਾ ਜਾਂ ਰਿਸ਼ਵਤ ਫ੍ਰੀ ਕਰ ਦੇਣ ਦਾ ਇਹਦੇ ਨਾਲ ਨਹੀਂ ਚੱਲਦਾ ਹੁੰਦਾ। ਸਿਆਸਤ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਤੇ ਖੂਬਸੂਰਤ ਬਣਾਉਣ, ਉਹਨਾਂ ਦੇ ਸਾਰੇ ਸੁਪਨਿਆਂ ਲਈ ਦਰਕਾਰ ਜ਼ਮੀਨ ਮੁਹੱਈਆ ਕਰਾਉਣ ਦੀ ਵਾਅਦਾ ਕਰਨ ਦਾ ਨਾਮ ਹੁੰਦਾ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਸ ਗੱਲ ਦੇ ਉੱਤੇ ਸਿਆਸਤ ਨਾ ਕਰੋ ਜਾਂ ਪੋਲਿਟਿਕਸ ਨਾ ਕਰੋ, ਉਹ ਸਭ ਤੋਂ ਸਿਆਸਤੀ ਬਿਆਨ ਦੇ ਰਹੇ ਹੁੰਦੇ ਨੇ, ਉਹ ਸਭ ਤੋਂ ਸ਼ਰਮਨਾਕ ਬਿਆਨ ਹੁੰਦਾ, ਸਭ ਤੋਂ ਝੂਠਾ ਬਿਆਨ ਹੁੰਦਾ। ਜਨਾਬ ਸਿਆਸਤ ਕਿਹੜਾ ਬਿਆਨ ਹੋਊਗਾ? ਹਰ ਗੱਲ ਤੇ ਹਰ ਰੇਪ ਤੇ ਹਰ ਔਰਤ ਦੀ ਇੱਜ਼ਤ ਆਬਰੂ ਦੇ ਉੱਤੇ, ਸਾਡੇ ਇਹਨਾਂ ਸ਼ਬਦਾਂ ਦੇ ਵਰਤਨ ਦੇ ਉੱਤੇ ਕਿ ਔਰਤ ਦੀ ਇੱਜ਼ਤ ਆਬਰੂ ਵਾਲੇ ਸ਼ਬਦਾਂ ਦੇ ਕੀ ਮਾਇਨੇ ਹੁੰਦੇ ਨੇ, ਇਹਨਾਂ ਦੀਆਂ ਕੀ ਪ੍ਰੋਬਲਮਸ ਨੇ, ਇਹ ਹਰ ਗੱਲ ਸਿਆਸਤ ਹੁੰਦੀ ਹੈ। ਇਸ ਕਰਕੇ ਫੈਡਰਲਿਜ਼ਮ ਦਾ ਜਿਹੜਾ ਡਿਬੇਟ ਹੈ, ਮੈਨੂੰ ਲੱਗਦਾ ਉਹ ਇਸ ਦੇਸ਼ ਦੀ ਸਿਆਸਤ ਦਾ ਡਿਫਾਈਨਿੰਗ ਡਿਬੇਟ ਬਣਨਾ ਚਾਹੀਦਾ। ਇਹ ਨਹੀਂ ਵੀ ਬਣਾਉਣਗੇ ਤਾਂ ਇਹ ਮੁਸ਼ਕਲਾਂ ਬਣਾ ਦੇਣਗੀਆਂ, ਭਾਵੇਂ ਅੱਜ ਦਿੱਲੀ ਦੀ ਉਹਦੇ ਨਾਲ ਸੈਂਟਰ ਨਾਲ ਹੋਵੇ ਜਾਂ ਮਣੀਪੁਰ ਦੀ ਹੋਵੇ, ਇਹ ਮੁਸ਼ਕਲਾਂ ਬਣਾ ਦੇਣਗੀਆਂ ਇਹਨੂੰ। ਹਾਂ ਬਿਲਕੁਲ, ਪਰ ਅਜੇ ਤੱਕ ਜਿਹੜਾ ਚਾਹੇ ਇੰਡੀਆ ਬਣੇ ਚਾਹੇ ਕੋਈ ਹੋਰ ਬਣੇ, ਸਭ ਨੂੰ ਪਤਾ ਸਾਰੇ ਤੰਗ ਨੇ ਕਿ ਮੈਜੋਰਟੀ ਸਾਡੀ ਸੁਣਦੀ ਨਹੀਂ। ਰੋਜ਼ ਰੌਲਾ ਪੈ ਰਿਹਾ ਨਾ, ਚਾਹੇ ਕਿਹੜੀ ਪਾਰਟੀ, ਚਾਹੇ ਅਸੈਂਬਲੀ ਦੇ ਵਿੱਚ ਹੋਵੇ, ਇੱਥੇ ਕਾਂਗਰਸ ਕਹਿੰਦੀ ਹੈ ਜਾਂ ਅਕਾਲੀ ਕਿ ਅਸੈਂਬਲੀ ਦੇ ਵਿੱਚ ਸਾਡੀ ਪਾਰਟੀ ਨਹੀਂ ਸੁਣਦੀ, ਕਿਉਂਕਿ ਚੀਫ ਮਿਨਿਸਟਰ ਸਾਡਾ ਵੀ ਕਈ ਵਾਰ ਕਹਿੰਦਾ ਭਾਜਪਾ ਦੀਆਂ ਆਪਣੀਆਂ ਸਟੇਟਾਂ ਦੇ ਸੀਐਮ ਦੀ ਵੀ ਕਿੰਨੀ ਕੁ ਸੁਣੀ ਜਾ ਰਹੀ ਔਰ ਉਹ ਕਹਿੰਦੇ ਨੇ ਜੀ ਚਾਹੇ ਬੁਲਾਇਆ ਹੀ ਨਾ ਕਰੋ ਵਿਰੋਧੀਆਂ ਨੂੰ, ਤਾਂ ਆਪਾਂ ਕੀ ਲੈਣਾ, ਤੁਸੀਂ ਤਾਂ ਰੱਦ ਕਰਤੇ। ਰੱਦ ਉਹਨੇ ਕਰਤੇ ਜਿੰਨੇ ਸੀਗੇ, ਜਿੰਨੇ ਹੈਗੇ, ਜਿਹੜੇ ਜਿਤਾ ਕੇ ਭੇਜੇ ਉਹਨਾਂ ਨੂੰ ਤਾਂ ਲਿਆਓ ਨਾ। ਪਰ ਬੇਸਿਕ ਏਜੰਡਾ ਇਹ ਡੈਮੋਕ੍ਰੇਸੀ ਦੇ ਵੀ ਜਿਹੜਾ ਇੰਸਟੀਟਿਊਸ਼ਨਸ ਨੇ ਜਦੋਂ ਉਹ ਮਰਦੀਆਂ ਨੇ, ਉਹਨੂੰ ਤੁਸੀਂ ਇੰਨਾ ਕਮਜ਼ੋਰ ਕਰਦੇ ਹੋ। ਆਫਟਰ ਖੜੀ ਤਾਂ ਡੈਮੋਕ੍ਰੇਸੀ ਕਿਸੇ ਪਿਲਰ ਜਿੱਤੇ ਹੁੰਦੀ ਹੈ ਨਾ, ਜਿਹੜੀ ਇਕੱਲੀ ਵੋਟ ਇੱਕ ਵਾਰ ਪੈਗੀ, ਇੱਕ ਵਾਰ 5 ਸਾਲ ਬਾਅਦ ਤਾਂ ਨਹੀਂ ਹੈ। ਤੇ ਦੂਜੀ ਗੱਲ, ਅਸੀਂ ਇਹਦੇ ਕਦੇ ਇਹ ਨਹੀਂ ਸੁਣਿਆ ਇਹਦਾ ਪ੍ਰੋਫਾਈਲ ਬਦਲਣ ਦਾ ਸਿਸਟਮ। ਦੁਨੀਆ ਆਪੋ ਆਪਣੇ ਤਰੀਕੇ ਨਾਲ ਕਰਦੀ ਹੈ। ਜਿਹੜੇ ਮੰਨ ਲਓ ਸਾਡੇ ਵੋਟ ਪੈ ਗਈ, ਇੱਕ ਬੰਦੇ ਨੂੰ 40 ਪੈ ਗਈਆਂ, ਦੂਜਿਆਂ ਨੂੰ 60 ਪੈ ਗਈਆਂ, ਉਹ 40 ਵਾਲਾ ਰੂਲਰ ਹੈ ਹਮੇਸ਼ਾ ਹੀ, ਮੈਜੋਰਟੀ ਵਾਲਾ ਰੂਲਰ ਕਦੇ ਨਹੀਂ। ਕਦੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੀ ਕੋਈ ਗੱਲ ਹੋਈ ਹੋਵੇ, ਕਦੇ ਕਹੀਏ ਵੀ ਜਰਮਨ ਅੱਧਾ ਐ ਕਰਦਾ, ਭਾਈ ਅੱਧਾ ਐਵੇਂ ਕਰਦਾ, ਬਾਕੀ ਦੇਸ਼ ਆਹ ਕਰਦੇ ਨੇ, ਕੋਈ ਇਹੋ ਜਿਹੀ ਡਿਬੇਟ ਕਿ ਡੈਮੋਕ੍ਰੇਸੀ ਨੂੰ ਵਧਾਉਣਾ ਕਿਵੇਂ। ਜਦੋਂ ਪਹਿਲੇ ਦਿਨ ਵੀ ਮਿਲੀ ਸੀ ਇਹ ਸੌਗਾਤ 1947 ਦੇਸ਼ ਆਜ਼ਾਦ ਹੋਇਆ, ਤਾਂ ਵੀ ਇਹ ਬਿਨਾਂ ਡਿਬੇਟ ਤੋਂ ਹੀ ਮਿਲੀ ਸੀ। ਇਹ ਨਹੀਂ ਹੈ ਕਿ ਦੇਸ਼ ਨੇ ਬਹੁਤ ਲੰਬਾ ਇੱਕ ਡਿਬੇਟ ਦੇਖਿਆ ਹੋਵੇ ਕਿ ਇੱਕ ਵਿਅਕਤੀ ਇੱਕ ਵੋਟ ਦਾ ਸਿਧਾਂਤ, ਅਸੀਂ ਇਹਨੂੰ ਬੜਾ ਪਵਿੱਤਰ ਸਿਧਾਂਤ ਦੇ ਤੌਰ ਦੇ ਉੱਤੇ ਮੰਨ ਲਿਆ, ਬਲਕਿ ਅਸੀਂ ਇਹਦੇ ਦਮਗੱਜੇ ਵੀ ਮਾਰਦੇ ਹਾਂ ਕਿ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਬਹੁਤ ਦੇਰ ਬਾਅਦ ਆਇਆ, ਹਿੰਦੁਸਤਾਨ ਨੂੰ ਪਹਿਲੇ ਦਿਨ ਤੋਂ ਹੀ ਆ ਗਿਆ। ਪਰ ਜਿਹੜਾ ਸਾਡਾ ਲਿਵਡ ਐਕਸਪੀਰੀਅੰਸ ਹੈ, ਉਸਨੇ ਵੀ ਤਾਂ ਸਾਨੂੰ ਸਿਖਾਣਾ ਕਿ ਅਸੀਂ ਪ੍ਰੋਪੋਰਸ਼ਨਲ ਵੇਟੇਜ ਦੇ ਕੀ ਫਾਇਦੇ ਹੁੰਦੇ ਨੇ, ਜਿਹੜਾ ਯੂਨੀਵਰਸਲ ਫਰੈਂਚਾਈਜ਼ ਹੈ, ਹਰ ਬੰਦੇ ਦੀ ਇੱਕ ਇੱਕ ਵੋਟ ਹੈ ਬਰਾਬਰ ਦੀ, ਇਹਦੇ ਕੀ ਫਾਇਦੇ ਹੁੰਦੇ ਨੇ। ਦੇਸ਼ਾਂ ਨੇ ਇਹਦੇ ਵਿਚਕਾਰੋਂ ਕਈ ਤਰੀਕੇ ਦੇ ਰਸਤੇ ਲੱਭੇ ਨੇ ਕਿ ਯੂਨੀਵਰਸਲ ਫਰੈਂਚਾਈਜ਼ ਵੀ ਹੋਏਗੀ, ਫਿਰ ਉਹ ਤਵਾਜ਼ੁਨ ਨੂੰ ਅੱਗੋਂ ਕਿਵੇਂ ਕਾਇਮ ਰੱਖਿਆ ਜਾਏਗਾ, ਜਿਸ ਕੋਲ ਜਿੰਨੀਆਂ ਵੋਟਾਂ ਨੇ ਉਸ ਦੀ ਸੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿਸ ਤਰੀਕੇ ਦੀ ਹੋਵੇਗੀ। ਹੁਣ ਤੁਸੀਂ 2 ਲੱਖ 5 ਵੋਟਾਂ ਲੈ ਲਓ ਤੇ ਮੇਰੀਆਂ 2 ਲੱਖ ਆਣ, 5 ਵੋਟਾਂ ਪਿੱਛੇ ਮੇਰੀ ਕੋਈ ਸੇ ਨਹੀਂ ਹੋਏਗੀ ਤੇ ਤੁਹਾਡੀ ਸਾਰੀ ਸੇ ਹੋਏਗੀ। ਇਹ ਤੇ ਕਿਸੇ ਤਰੀਕੇ ਨਾਲ ਵੀ ਡੈਮੋਕ੍ਰੈਟਿਕ ਨਹੀਂ ਜਾਪਦਾ। ਸਾਨੂੰ ਪੜ੍ਹਨਾ ਚਾਹੀਦਾ। ਬੜੀਆਂ ਗੱਲਾਂ ਕਰਦੇ ਨੇ ਲੋਕ ਸਵਿਟਜ਼ਰਲੈਂਡ ਦੀਆਂ, ਲੋਕੀ ਕਈ ਵਾਰੀ ਕਹਿੰਦੇ ਨੇ ਜੀ ਸਵਿਟਜ਼ਰਲੈਂਡ ਦੇ ਪ੍ਰਧਾਨ ਮੰਤਰੀ ਦਾ ਕਿਸੇ ਨੂੰ ਨਾਂ ਨਹੀਂ ਯਾਦ ਹੁੰਦਾ। ਉਹ ਭਾਈ ਤਾਂ ਨਹੀਂ ਯਾਦ ਹੁੰਦਾ, ਉਹ ਹਰ ਸਾਲ ਬਦਲ ਜਾਂਦਾ। ਉਹਨਾਂ ਨੇ ਇੱਕ ਆਲਮੋਸਟ ਫੈਡਰਲ ਸਟੇਟ ਹੈ, ਉਹ ਹਰ ਸਾਲ ਤਾਂ ਪ੍ਰਧਾਨ ਮੰਤਰੀ ਬਦਲ ਜਾਂਦਾ ਹੈ ਕਿਉਂਕਿ ਇੱਕ ਰਿਪਰੈਜ਼ੈਂਟੇਸ਼ਨ ਦਾ ਇੱਕ ਤਰੀਕਾ ਉਹਨਾਂ ਨੇ ਲੱਭਿਆ ਹੋਇਆ। ਲੋਕਾਂ ਦੇ ਰਾਈਟ ਨੇ, 1 ਲੱਖ ਬੰਦਾ ਸਿਗਨੇਚਰ ਕਰਕੇ ਦਿੰਦਾ, ਕਾਨੂੰਨ ਬਣਾਉਣਾ, ਤੁਸੀਂ ਰਿਕਾਲ ਕਰ ਸਕਦੇ ਹੋ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ। ਉਹ ਇੱਕ ਕਾਫੀ ਸੀਰੀਅਸ ਇਸ਼ੂ ਨੇ, ਸੀਰੀਅਸ ਡਿਬੇਟਸ ਸਾਡੇ ਖਤਮ ਨੇ। ਡੈਮੋਕ੍ਰੇਸੀ ਦਾ ਮਾਮਲਾ, ਲੋਕਾਂ ਨੂੰ ਡੈਮੋਕ੍ਰੇਟਾਈਜ਼ ਬਣਾਉਣਾ ਨਾਲ ਉਹ ਜੇ ਵੱਖ-ਵੱਖ ਜਗ੍ਹਾ ਸੰਵਾਦ ਹੋਣਗੇ, ਲਗਾਤਾਰ ਹੋਣਗੇ। ਇਹ ਨਹੀਂ ਕਿ ਅੱਜ ਇੱਕ ਪ੍ਰੋਬਲਮ ਆ ਗਈ ਉੱਤੇ ਚਰਚਾ ਹੋ ਰਹੀ ਹੈ, ਮੁੜ ਕੇ ਉਹ ਫਿਰ ਬੈਕ ਬਰਨਰ ਤੇ ਚਲਾ ਜਾਂਦਾ, ਉਹਦੇ ਨਾਲ ਗੱਲ ਨਹੀਂ ਉਸ ਲੈਵਲ ਤੇ ਹੋਏਗੀ। ਔਰ ਉਹਦੇ ਲਈ ਪਲੇਟਫਾਰਮ ਵੀ ਬਹੁਤ ਵੱਡੇ ਚਾਹੀਦੇ ਨੇ, ਲਗਾਤਾਰ ਚਾਹੀਦੇ ਨੇ, ਜ਼ਿਆਦਾ ਚਾਹੀਦੇ ਨੇ। ਔਰ ਜੇ ਉਹ ਪਲੇਟਫਾਰਮ ਜ਼ਿਆਦਾ ਨਹੀਂ ਤਾਂ ਲੋਕਾਂ ਦੀਆਂ ਸੱਥਾਂ 'ਚ ਜਾ ਕੇ ਡਾਇਰੈਕਟ ਆਪਸ ਦੇ ਵਿੱਚ ਬੈਠ ਕੇ ਵੀ ਡਿਬੇਟ ਕਰਨੀ ਪਏਗੀ ਲੋਕਾਂ ਨੂੰ, ਔਰ ਤਾਂ ਜਾ ਕੇ ਉਹ ਗੱਲਾਂ ਸਮਝ ਵੀ ਆਉਣ ਲੱਗਣਗੀਆਂ, ਤਾਂ ਜਾ ਕੇ ਉਹਦੇ 'ਚ ਸਟੈਂਡ ਵੀ ਸ਼ਾਇਦ ਪੋਲੀਟੀਕਲ ਪਾਰਟੀਆਂ ਲੋਕਾਂ ਦੇ ਦਬਾਅ ਹੇਠ ਪ੍ਰੋਪਰ ਲੈਣ ਲੱਗਣ। ਹਜੇ ਪੋਲੀਟੀਕਲ ਪਾਰਟੀ 'ਚ 5 ਸਾਲਾਂ ਬਾਅਦ ਹੀ ਲੋਕਾਂ ਕੋਲ ਜਾਣਾ ਪਸੰਦ ਕਰਦੀਆਂ ਨੇ। 5 ਸਾਲ ਦੇ ਵਿੱਚ ਜਿਹੜਾ ਦੌਰ ਆਉਂਦਾ ਹੈ,
ਉਹ ਕੇਵਲ ਟੋਕਨ ਲੜਾਈ ਲੜਦੀਆਂ ਨੇ। ਟੋਕਨ ਲੜਾਈ ਦੇ ਕੰਮ ਨਹੀਂ ਹੁੰਦੇ ਸਮਾਜ ਦੇ ਵਿੱਚ। ਹਮੇਸ਼ਾ ਹੀ ਲੜਾਈ ਜੀ ਜਾਨ ਨਾਲ ਹੀ ਲੜੀ ਜਾਂਦੀ ਹੈ। ਜਿਹਨੂੰ ਤੁਸੀਂ ਲੜਾਈ ਸਮਝਦੇ ਹੋ, ਜਿਹਨੂੰ ਤੁਸੀਂ ਵਾਜਬ ਸਮਝਦੇ ਹੋ, ਦੇਸ਼ ਦੇ ਲੋਕਾਂ ਦੇ ਦੁਨੀਆ ਦੇ ਹਿੱਤ ਦੇ ਵਿੱਚ ਹੁੰਦੀ ਹੈ ਜਿਹੜੀ ਚੀਜ਼, ਉਧਰ ਨੂੰ ਇੱਕ ਆਮ ਪਬਲਿਕ ਨੂੰ ਵੀ ਆਪਣਾ ਇੱਕ ਦਾਇਰਾ ਸਿਰਜਣਾ ਪਏਗਾ ਸੰਵਾਦ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੱਜ ਲਈ ਇੰਨਾ ਹੀ। ਅੱਗੇ ਫੇਰ ਇਹੋ ਜਿਹੇ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ।